ਕਿਸਾਨ ਵੀਰੋ ਤੇ ਭੈਣੋ, ਤਰਸੇਮ ਸਿੰਘ ਬੁੱਟਰ ਦੇ ਵੱਲੋਂ ਤੁਹਾਡਾ ਅੱਜ ਦੇ ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ ਹਾਰਦਿਕ ਸਵਾਗਤ ਹੈ। ਜਿਸ ਤਰ੍ਹਾਂ ਕਿ ਕੁਲਦੀਪ ਕੌਰ ਜੀ ਨੇ ਜ਼ਿਕਰ ਕੀਤਾ, ਅੱਜ ਦੇ ਇਸ ਪ੍ਰੋਗਰਾਮ ਦੇ ਮੌਜੂ ਤੋਂ ਵਿਸ਼ੇ ਤੋਂ ਤੁਸੀਂ ਜਾਣੂ ਹੋ ਚੁੱਕੇ ਹੋ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬਾਸਮਤੀ ਦੀਆਂ ਸੁਧਰੀਆਂ ਕਿਸਮਾਂ ਅਤੇ ਨਰਸਰੀ ਤਿਆਰ ਕਰਨ ਦੇ ਲਈ ਮਹੱਤਵਪੂਰਨ ਨੁਕਤੇ, ਇਸ ਚਲੰਤ ਅਤੇ ਇਹਨਾਂ ਦਿਨਾਂ ਦੇ ਵਿੱਚ ਖਾਸ ਮਹੱਤਤਾ ਰੱਖਣ ਵਾਲੇ ਵਿਸ਼ੇ ਬਾਰੇ ਜਾਣਕਾਰੀ ਦੇਣਗੇ ਡਾਕਟਰ ਧਰਮਿੰਦਰਜੀਤ ਸਿੰਘ, ਬਲਾਕ ਖੇਤੀਬਾੜੀ ਅਫਸਰ ਰਾਮਪੁਰਾ। ਇਹਦੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਡੀ ਕਿਸਾਨ ਸਟੂਡੀਓ ਦੇ ਕ੍ਰਿਸ਼ੀ ਭਵਨ ਵਿਖੇ ਸ਼ੁਰੂਆਤ ਦੇ ਬਾਰੇ ਵੀ ਤੁਹਾਡੇ ਨਾਲ ਕੁਝ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ ਅਤੇ ਆਮ ਦੀ ਤਰ੍ਹਾਂ ਮੌਸਮ ਦਾ ਹਾਲ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਅਤੇ ਨਾਲੋਂ ਨਾਲ ਕੱਲ੍ਹ ਦੇ ਪ੍ਰੋਗਰਾਮ ਕਿਸਾਨ ਬਾਣੀ ਦੇ ਵਿਸ਼ੇ ਤੋਂ ਵੀ ਤੁਹਾਨੂੰ ਜਾਣੂ ਕਰਵਾਵਾਂਗੇ। ਸੋ ਕਿਸਾਨ ਵੀਰੋ ਅਤੇ ਭੈਣੋ, ਜਿਸ ਤਰ੍ਹਾਂ ਕਿ ਸਾਡੀ ਕੇਂਦਰ ਸਰਕਾਰ ਦੁਆਰਾ, ਸਾਡੀ ਸੂਬਾ ਸਰਕਾਰ ਦੁਆਰਾ ਖੇਤੀਬਾੜੀ ਅਤੇ ਖੇਤੀਬਾੜੀ 'ਤੇ ਆਧਾਰਿਤ ਕਿੱਤਿਆਂ ਨੂੰ ਵਿਕਸਿਤ ਕਰਨ ਦੇ ਵਾਸਤੇ ਸਮੇਂ-ਸਮੇਂ ਕਈ ਕਿਸਮ ਦੀਆਂ ਜਿਹੜੀਆਂ ਅਗਵਾਈ ਲੀਹਾਂ, ਕਈ ਕਿਸਮ ਦੇ ਪ੍ਰੋਗਰਾਮ ਅਤੇ ਕਈ ਕਿਸਮ ਦੀ ਜਿਹੜੀ ਰੂਪ ਰੇਖਾ ਉਲੀਕੀ ਜਾਂਦੀ ਹੈ। ਉਸੇ ਦੇ ਤਹਿਤ ਆਕਾਸ਼ਬਾਣੀ ਦੇ ਵੱਲੋਂ ਪ੍ਰੋਗਰਾਮ, ਭਾਵੇਂ ਕਿਸਾਨ ਬਾਣੀ ਹੈ ਜਾਂ ਫਿਰ ਖੇਤੀਬਾੜੀ ਆਧਾਰਿਤ ਵੱਖ-ਵੱਖ ਥਾਵਾਂ 'ਤੇ ਲੱਗਣ ਵਾਲੇ ਮੇਲੇ ਨੇ, ਅਤੇ ਜਾਂ ਫਿਰ ਖੇਤੀਬਾੜੀ 'ਤੇ ਆਧਾਰਿਤ ਸਾਹਿਤ ਹੈ ਜਾਂ ਵੈਬਸਾਈਟਸ, ਜਾਂ ਫਿਰ ਖੇਤੀਬਾੜੀ 'ਤੇ ਆਧਾਰਿਤ ਕੁਛ ਵੱਖਰੇ ਤੌਰ 'ਤੇ ਐਪਸ ਹਨ। ਤਾਂ ਉਸੇ ਹੀ ਲੜੀ ਦੀ ਕੜੀ ਦੇ ਤਹਿਤ ਭਾਰਤ ਸਰਕਾਰ ਦੁਆਰਾ 26 ਮਈ 2015 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਹਿੰਦੀ ਭਾਸ਼ਾ ਦੇ ਵਿੱਚ ਦੂਰਦਰਸ਼ਨ ਦੇ ਪਹਿਲੇ ਨਿਰੋਲ ਖੇਤੀਬਾੜੀ ਆਧਾਰਿਤ ਡੀ ਕਿਸਾਨ ਚੈਨਲ ਦੀ, ਜਾਂ ਕਹਿ ਲਓ ਕਿ ਸਟੂਡੀਓ ਦੀ ਨੋਇਡਾ ਵਿਖੇ ਸ਼ੁਰੂਆਤ ਕੀਤੀ। ਤਾਂ ਡੀ ਕਿਸਾਨ 24 ਘੰਟੇ ਸਾਡੇ ਕਿਸਾਨ ਭਰਾਵਾਂ ਦੇ ਵਾਸਤੇ, ਕਿਸਾਨ ਭੈਣਾਂ ਦੇ ਵਾਸਤੇ ਆਪਣੇ ਪ੍ਰਸਾਰਣ ਦਿੰਦਾ ਹੈ। ਤਾਂ ਜੇਕਰ ਅਸੀਂ ਗੱਲ ਕਰੀਏ ਤਾਂ ਇਹਨਾਂ ਪ੍ਰਸਾਰਣਾਂ ਦੇ ਵਿੱਚ ਖੇਤੀਬਾੜੀ ਦੇ ਵਿੱਚ ਸੁਧਰੀਆਂ ਤਕਨੀਕਾਂ, ਵਿਗਿਆਨਕ ਖੇਤੀ ਅਤੇ ਇਸ ਤੋਂ ਇਲਾਵਾ ਕੁਦਰਤੀ ਖੇਤੀ, ਪਾਣੀ ਦੀ ਬਚਤ, ਘੱਟ ਖਰਚ ਅਤੇ ਵੱਧ ਝਾੜ, ਫਸਲੀ ਵਿਭਿੰਨਤਾ, ਖੇਤੀਬਾੜੀ ਆਧਾਰਿਤ ਸਹਾਇਕ ਕਿੱਤੇ, ਕਾਮਯਾਬ ਅਤੇ ਅਗਾਂਹਵਧੂ ਕਿਸਾਨਾਂ ਦੇ ਨਾਲ ਮੁਲਾਕਾਤਾਂ, ਮੰਡੀਕਰਨ, ਖੇਤੀ ਮੇਲਿਆਂ ਦੀ ਕਵਰੇਜ, ਮੌਸਮ ਦਾ ਹਾਲ, ਅਤੇ ਇਸ ਤੋਂ ਇਲਾਵਾ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ ਭਾਰਤ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਜਾਂ ਸਕੀਮਾਂ ਤੋਂ ਕਿਸਾਨਾਂ ਨੂੰ ਜਾਣੂ ਕਰਵਾਇਆ ਜਾਂਦਾ ਹੈ। ਤਾਂ ਜੇਕਰ ਅਸੀਂ ਦੇਖੀਏ ਤਾਂ ਡੀ ਕਿਸਾਨ ਚੈਨਲ ਦੇ ਕਈ ਅਜਿਹੇ ਪ੍ਰੋਗਰਾਮ ਨੇ ਜਿਹੜੇ ਸਾਡੇ ਕਿਸਾਨ ਵੀਰਾਂ ਅਤੇ ਭੈਣਾਂ ਦੇ ਵਿੱਚ ਖਾਸ ਤੌਰ 'ਤੇ ਬੜੇ ਹਰਮਨ ਪਿਆਰੇ ਨੇ, ਜਿਨ੍ਹਾਂ ਦੇ ਵਿੱਚੋਂ ਪ੍ਰਮੁੱਖ ਹੈ ਖੇਤ ਸੇ ਬਾਜ਼ਾਰ ਤੱਕ, ਗਾਉਂ ਕਿਸਾਨ, ਨਈ ਤਕਨੀਕ ਨया भारत, कृषि विशेष, मौसम खबर, मंडी खबर, कृषि दर्शन, चौपाल चर्चा, कामयाबी की मिसालें, हैलो किसान, जय किसान जय विज्ञान ਅਤੇ ਕਿਸਾਨ ਸਮਾਚਾਰ ਆਦਿ। ਤਾਂ ਇਸ ਨੂੰ ਅਸੀਂ ਜਿਹੜੇ ਵੱਖ-ਵੱਖ ਕਿਸਮ ਦੇ ਕੇਬਲ ਆਪਰੇਟਰ ਹੈ, ਉਹਨਾਂ ਦੇ ਮਾਧਿਅਮ ਦੇ ਰਾਹੀਂ ਵੀ ਡੀ ਕਿਸਾਨ ਦੇਖ ਸਕਦੇ ਹਾਂ। ਇਸ ਤੋਂ ਇਲਾਵਾ ਡੀ ਕਿਸਾਨ ਚੈਨਲ ਦੀ ਇੱਕ ਵੱਖਰੇ ਤੌਰ 'ਤੇ ਐਪ ਹੈ, ਜਿਸ ਨੂੰ ਅਸੀਂ ਪਲੇ ਸਟੋਰ 'ਚੋਂ ਡਾਊਨਲੋਡ ਕਰਕੇ ਵੀ ਨਿਰਵਿਘਨ ਡੀ ਕਿਸਾਨਾਂ ਦੇ ਪ੍ਰਸਾਰਣਾਂ ਦਾ ਜਿਹੜਾ ਆਨੰਦ ਲੈ ਸਕਦੇ ਹਾਂ, ਆਪਣੇ ਗਿਆਨ ਦੇ ਵਿੱਚ ਵਾਧਾ ਕਰ ਸਕਦੇ ਹਾਂ। ਇਸ ਤੋਂ ਇਲਾਵਾ ਡੀ ਕਿਸਾਨ ਦੇ YouTube ਚੈਨਲ 'ਤੇ ਵੀ ਨਾਲੋਂ ਨਾਲ ਜਿਹੜੇ ਪ੍ਰਸਾਰਣ ਹੈ ਉਹ ਨਸ਼ਰ ਕੀਤੇ ਜਾਂਦੇ ਨੇ। ਸੋ ਕਿਸਾਨ ਵੀਰੋ ਅਤੇ ਭੈਣੋ, ਖੇਤੀਬਾੜੀ ਅਤੇ ਖੇਤੀਬਾੜੀ ਆਧਾਰਿਤ ਸਹਾਇਕ ਕਿੱਤਿਆਂ ਦੇ ਵਿੱਚ ਜਿੱਥੇ ਆਕਾਸ਼ਬਾਣੀ ਦੇ ਕਿਸਾਨ ਬਾਣੀ ਪ੍ਰੋਗਰਾਮ ਦਾ ਬਹੁਤ ਵੱਡਾ ਯੋਗਦਾਨ ਹੈ, ਉੱਥੇ ਡੀ ਕਿਸਾਨ ਚੈਨਲ ਦਾ ਵੀ ਬਹੁਤ ਵੱਡਾ ਯੋਗਦਾਨ ਹੈ। ਸੋ ਵੱਧ ਤੋਂ ਵੱਧ ਅਸੀਂ ਡੀ ਕਿਸਾਨ ਦੇ ਜਿਹੜੇ ਪ੍ਰੋਗਰਾਮ ਹੈ ਉਹ ਅਸੀਂ ਸੁਣੀਏ, ਮਾਣੀਏ, ਤਾਂ ਜੋ ਅਸੀਂ ਆਪਣੀਆਂ ਲਾਗਤਾਂ ਘਟਾਈਏ ਅਤੇ ਖੇਤੀ ਆਮਦਨ ਵਧਾਈਏ। ਜਿਹੜਾ ਸੁਪਨਾ, ਸੰਕਲਪ ਲੈ ਕੇ ਸਰਕਾਰ ਨੇ ਚੈਨਲ ਸ਼ੁਰੂਆਤ ਕੀਤੀ ਹੈ, ਤਾਂ ਉਸ ਮਨੋਰਥ ਦੇ ਵਿੱਚ ਕਾਮਯਾਬੀ ਮਿਲੇ। ਤਾਂ ਕਿਸਾਨ ਵੀਰੋ ਅਤੇ ਭੈਣੋ, ਅੱਜ ਦੇ ਇਸ ਪ੍ਰੋਗਰਾਮ ਦੀ ਜਿਹੜੀ ਦੂਸਰੀ ਕੜੀ ਹੈ, ਦੂਸਰਾ ਪੜਾਅ ਹੈ, ਉਹ ਹੈ ਡਾਕਟਰ ਧਰਮਿੰਦਰਜੀਤ ਸਿੰਘ, ਬਲਾਕ ਖੇਤੀਬਾੜੀ ਅਫਸਰ ਰਾਮਪੁਰਾ ਦੇ ਨਾਲ ਗੱਲਬਾਤ ਆਪਾਂ ਕਰਨੀ ਹੈ ਬਾਸਮਤੀ ਦੀਆਂ ਸੁਧਰੀਆਂ ਕਿਸਮਾਂ ਅਤੇ ਨਰਸਰੀ ਤਿਆਰ ਕਰਨ ਦੀ ਵਿਧੀ ਬਾਰੇ। ਤਾਂ ਡਾਕਟਰ ਧਰਮਿੰਦਰਜੀਤ ਸਿੰਘ ਜੀ ਸਟੂਡੀਓ ਦੇ ਵਿੱਚ ਇਸ ਵਕਤ ਸਾਡੇ ਨਾਲ ਨੇ। ਤਾਂ ਕਿਸਾਨ ਵੀਰੋ ਅਤੇ ਭੈਣੋ, ਇਸ ਵਿਸ਼ੇ ਨੂੰ ਲੈ ਕੇ ਤੁਸੀਂ ਵੀ 0164 22 40 331 ਨੰਬਰ ਡਾਇਲ ਕਰਕੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬਾਸਮਤੀ ਦੀਆਂ ਸੁਧਰੀਆਂ ਕਿਸਮਾਂ ਅਤੇ ਨਰਸਰੀ ਤਿਆਰ ਕਰਨ ਦੇ ਨੁਕਤਿਆਂ ਨੂੰ ਲੈ ਕੇ ਕੋਈ ਗੱਲਬਾਤ ਸਾਂਝੀ ਕਰ ਸਕਦੇ ਹੋ। ਤਾਂ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਸਾਡੇ ਚੈਨਲ ਦੇ ਵੱਲੋਂ, ਪ੍ਰੋਗਰਾਮ ਕਿਸਾਨ ਬਾਣੀ ਦੇ ਵੱਲੋਂ, ਅਦਾਰਾ ਆਕਾਸ਼ਬਾਣੀ ਬਠਿੰਡਾ ਦੇ ਵੱਲੋਂ ਤੁਹਾਡਾ ਸਵਾਗਤ ਹੈ। ਧੰਨਵਾਦ ਜੀ ਤਰਸੇਮ ਜੀ, ਧੰਨਵਾਦ ਜੀ। ਤਾਂ ਕਿਸਾਨ ਵੀਰੋ ਅਤੇ ਭੈਣੋ, ਜਿਸ ਤਰ੍ਹਾਂ ਕਿ ਇਹ ਦਿਨ ਸਾਡੇ ਵਾਸਤੇ ਬੜੇ ਖਾਸ ਨੇ, ਸਾਡੇ ਕੁਝ ਕਿਸਾਨ ਭਰਾ ਜਿਹੜਾ PR ਕਿਸਮ ਦਾ ਜਿਹੜਾ ਝੋਨਾ ਹੈ, ਉਹਦੀ ਪਨੀਰੀ, ਉਹਦੀ ਪੌਧ ਆਪਣੇ ਖੇਤਾਂ ਦੇ ਵਿੱਚ ਤਿਆਰ ਕਰ ਰਹੇ ਨੇ। ਕਈ ਜ਼ਿਲ੍ਹਿਆਂ ਦੇ ਵਿੱਚ ਬੀਤੇ ਕੱਲ੍ਹ ਤੋਂ ਝੋਨਾ ਲਾਉਣ ਦੀ ਸ਼ੁਰੂਆਤ ਵੀ ਹੋ ਚੁੱਕੀ ਹੈ। ਬਹੁਤ ਸਾਰੇ ਕਿਸਾਨ ਭਰਾਵਾਂ ਨੇ ਸਰਕਾਰ ਦੀ ਅਪੀਲ 'ਤੇ ਇਸ ਵਾਰੀ ਸਿੱਧੇ ਤੌਰ 'ਤੇ ਝੋਨੇ ਦੀ ਵੀ ਬਿਜਾਈ ਕੀਤੀ ਹੈ।
ਤਾਂ ਝੋਨੇ ਦੀਆਂ ਵੱਖ-ਵੱਖ ਕਿਸਮਾਂ ਦੇ ਵਿੱਚੋਂ ਬਾਸਮਤੀ ਦੀ ਆਪਾਂ ਗੱਲਬਾਤ ਕਰਨੀ ਹੈ, ਉਹਦੀ ਪੌਧ ਜਾਂ ਉਹਦੀ ਪਨੀਰੀ ਤਿਆਰ ਕਰਨ ਦੀ, ਉਹਦੀ ਨਰਸਰੀ ਤਿਆਰ ਕਰਨ ਦੀ ਆਪਾਂ ਗੱਲ ਕਰਨੀ ਹੈ। ਤਾਂ ਡਾਕਟਰ ਸਾਹਿਬ, ਖੇਤੀਬਾੜੀ ਦੇ ਖੇਤਰ ਦੇ ਵਿੱਚ ਤੁਹਾਡਾ ਬੜਾ ਤਜਰਬਾ ਹੈ, ਕਿਉਂਕਿ ਇਸ ਇਲਾਕੇ ਦੇ ਵਿੱਚ ਬਤੌਰ ਖੇਤੀਬਾੜੀ ਵਿਕਾਸ ਅਫਸਰ ਦੇ ਵਜੋਂ ਵੀ ਤੁਸੀਂ ਬੜੀਆਂ ਅਹਿਮ ਭੂਮਿਕਾ, ਬੜੀਆਂ ਸੇਵਾਵਾਂ ਦਿੱਤੀਆਂ ਨੇ ਤੇ ਹੁਣ ਖੇਤੀਬਾੜੀ ਬਲਾਕ ਅਫਸਰ ਦੇ ਵੱਲੋਂ ਤੁਸੀਂ ਰਾਮਪੁਰਾ ਦੇ ਵਿਖੇ ਵਿਚਰ ਰਹੇ ਹੋ। ਤਾਂ ਤੁਹਾਡੇ ਹਿਸਾਬ ਦੇ ਨਾਲ ਬਾਸਮਤੀ ਦੀਆਂ ਜਿਹੜੀਆਂ ਕਿੰਨੀਆਂ ਕਿਸਮਾਂ ਨੇ ਜਿਹੜੀਆਂ ਪੰਜਾਬ ਦੇ ਧਰਾਤਲ ਜਾਂ ਇੱਥੋਂ ਦੇ ਪੌਣ ਪਾਣੀ ਦੇ ਅਨੁਸਾਰ ਸਿਫਾਰਿਸ਼ ਕੀਤੀਆਂ ਗਈਆਂ ਨੇ? ਇਹ ਤਰਸੇਮ ਜੀ ਟੋਟਲ 7 ਕਿਸਮਾਂ ਨੇ ਜੋ ਪੰਜਾਬ ਦੇ ਵਿੱਚ ਬਾਸਮਤੀ ਦੀਆਂ ਸਿਫਾਰਿਸ਼ ਕੀਤੀਆਂ ਨੇ। ਜੀ ਸਰ। ਤਾਂ ਤੁਸੀਂ ਦੱਸਿਆ ਕਿ 7 ਕਿਸਮਾਂ ਦੀ ਜਿਹੜੀ ਸਿਫਾਰਿਸ਼ ਕੀਤੀ ਗਈ ਹੈ, ਜੀ। ਤਾਂ ਪ੍ਰਮੁੱਖ ਤੌਰ 'ਤੇ ਉਹ ਕਿਹੜੀਆਂ 7 ਕਿਸਮਾਂ ਨੇ ਜਿਹਦੀ ਜਿਹੜੀ ਆਪਣਾ ਬਿਜਾਈ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਕਿਸਾਨ ਭਰਾ ਆਪਣੇ ਖੇਤ ਦੇ ਵਿੱਚ ਕਰਕੇ ਤੇ ਚੰਗਾ ਬਾਸਮਤੀ ਦਾ ਝਾੜ ਲੈ ਸਕਦੇ ਨੇ? ਹਾਂਜੀ ਤਰਸੇਮ ਜੀ, ਇਹਦੇ 'ਚ ਪੰਜਾਬ ਬਾਸਮਤੀ 7 ਹੈ ਜੀ। ਜੀ। ਪੂਸਾ ਬਾਸਮਤੀ 17-18 ਹੈ ਜੀ। ਜੀ। ਪੂਸਾ ਬਾਸਮਤੀ 16-37 ਹੈ ਜੀ। ਜੀ। ਪੰਜਾਬ ਬਾਸਮਤੀ 5 ਹੈ ਜੀ। ਜੀ। CSR 30 ਹੈ ਜੀ। ਜੀ। ਪੂਸਾ ਬਾਸਮਤੀ 1509 ਹੈ ਜੀ। ਤੇ ਪੂਸਾ ਬਾਸਮਤੀ 1121 ਹੈ ਜੀ। ਜੀ। ਇਹ ਟੋਟਲ 7 ਕਿਸਮਾਂ ਜਿਹੜੀਆਂ ਪੰਜਾਬ ਦੇ ਵਿੱਚ ਕਾਸ਼ਤ ਦੀ ਸਿਫਾਰਿਸ਼ ਕੀਤੀਆਂ ਵੀ। ਜੀ, ਮਤਲਬ ਪੰਜਾਬ ਦੇ ਧਰਾਤਲ ਦੇ ਮੁਤਾਬਕ, ਇੱਥੋਂ ਦੇ ਪੌਣ ਪਾਣੀ ਦੇ ਅਨੁਸਾਰ, ਇੱਥੋਂ ਦੀ ਆਬੋ ਹਵਾ ਦੇ ਮੁਤਾਬਕ ਆ ਜਿਹੜੀਆਂ 7 ਕਿਸਮਾਂ ਤੁਸੀਂ ਗਿਣਾਈਆਂ ਨੇ, ਜੀ। ਤਾਂ ਇਹ ਬਾਸਮਤੀ ਦੇ ਅੰਤਰਗਤ ਆਉਂਦੀਆਂ, ਜਿਹਦੀ ਬਿਜਾਈ ਸਾਡੇ ਕਿਸਾਨ ਭਰਾ ਆਪਣੇ ਖੇਤਾਂ ਦੇ ਵਿੱਚ ਕਰ ਸਕਦੇ ਨੇ। ਤਾਂ ਡਾਕਟਰ ਸਾਹਿਬ, ਝੋਨੇ ਦੀ ਜਿਹੜੀ PR ਕਿਸਮ ਹੈ ਜਾਂ ਹੋਰ ਕਈ ਜਿਹੜੀਆਂ ਗੈਰ ਸਿਫਾਰਿਸ਼ਸ਼ੁਦਾ ਵੀ ਅਜਿਹੀਆਂ ਕੁਝ ਕਿਸਮਾਂ ਹਨ ਜਿਨ੍ਹਾਂ ਦੀ ਕਿਸਾਨ ਭਰਾ ਸਾਡੇ ਖੇਤਾਂ ਦੇ ਵਿੱਚ ਬਿਜਾਈ ਕਰਦੇ ਆ ਰਹੇ ਨੇ। ਤਾਂ ਜੇਕਰ ਆਪਾਂ ਬਾਸਮਤੀ ਤੇ ਸਾਡਾ ਜਿਹੜਾ ਰਵਾਇਤੀ ਕਿਸਮ ਦਾ ਝੋਨਾ ਹੈ ਜਾਂ PR ਕਿਸਮ ਹੈ, ਉਹਦੇ ਨਾਲੋਂ ਆਪਾਂ ਬਾਸਮਤੀ ਦਾ ਨਖੇੜਾ ਕਰਨਾ ਹੋਵੇ ਤਾਂ ਜਿਹੜਾ PR ਕਿਸਮਾਂ ਦੇ ਮੁਕਾਬਲਤਨ ਜਿਹੜਾ ਬਾਸਮਤੀ ਹੈ, ਜੀ, ਇਹਦੇ ਕੀ ਲਾਭ ਨੇ ਧਰਾਤਲ ਦੇ ਵਾਸਤੇ ਜਾਂ ਸਾਡੇ ਕਿਸਾਨ ਦੇ ਵਾਸਤੇ, ਜਾਂ ਆਪਾਂ ਉਤਪਾਦਨ ਦੇ ਪੱਖੋਂ ਦੇਖੀਏ ਤਾਂ ਕੀ ਫਰਕ ਹੈ, ਇਹਦਾ ਕੀ ਮਹੱਤਤਾ ਹੈ, ਕੀ ਖਾਸੀਅਤ ਹੈ ਰਵਾਇਤੀ ਝੋਨੇ ਦੇ ਮੁਕਾਬਲੇ? ਖਾਸੀਅਤ ਇਹ ਹੈ ਜੀ, ਇੱਕ ਤਾਂ ਇਹ ਲੇਟ ਮਤਲਬ ਇਹਨੂੰ ਲਾਉਣੇ ਆਪਾਂ, ਉਹਦਾ ਕਰਕੇ ਪਾਣੀ ਦੀ ਬਹੁਤ ਵੱਡੀ ਬਚਤ ਹੁੰਦੀ ਹੈ, ਸਭ ਤੋਂ ਵੱਡੀ ਗੱਲ ਹੈ। ਦੂਜਾ, ਜਿਹੜੀ ਕਾਸਟ ਦਾ ਖਰਚਾ ਕਿਸਾਨ ਦਾ ਘਟ ਜਾਂਦਾ ਜੀ। ਲੇਬਰ ਦੀ ਅਵੇਲੇਬਿਲਟੀ ਵੱਧ ਜਾਂਦੀ ਹੈ, ਉਦੋਂ ਨੂੰ ਪਾਣੀ ਦੀ ਅਵੇਲੇਬਿਲਟੀ ਵੱਧ ਜਾਂਦੀ ਹੈ ਜੀ, ਬਾਰਿਸ਼ਾਂ ਸ਼ੁਰੂ ਹੋ ਜਾਂਦੀਆਂ ਜੁਲਾਈ ਦੇ ਵਿੱਚ। ਦੂਸਰਾ, ਜਿਹੜੀ ਇਹਦੀ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਬਹੁਤ ਮੰਗ ਹੈ, ਜੇ ਆਪਾਂ ਕੁਆਲਿਟੀ ਪੈਦਾ ਕਰੀਏ ਤਾਂ ਆਪਾਂ ਵੱਧ ਮੁਨਾਫਾ ਕਮਾ ਸਕਦੇ ਹਾਂ ਉਹਦੇ ਨਾਲੋਂ। ਕਿਸਾਨ ਦੇ ਵਾਸਤੇ ਇਹ ਬਹੁਤ ਫਾਇਦੇਮੰਦ ਹੈ। ਜਿਵੇਂ ਹੁਣ ਕਿਸਾਨ ਇਸ ਸਾਲ 60 ਮੂੰਗੀ ਤੇ ਮੱਕੀ ਵੀ ਉਸ ਤੇ ਰੋਟੇਸ਼ਨ ਦੇ ਵਿੱਚ ਇਹ ਬਹੁਤ ਵਧੀਆ ਫਿੱਟ ਆਊਗੀ ਜੀ। ਤਾਂ ਇਹਦੇ ਨਾਲ ਡਾਕਟਰ ਸਾਹਿਬ, ਜਿਹੜਾ ਪਰਾਲ ਹੈ ਹਨਾ, ਝੋਨੇ ਦੀਆਂ ਕਈ ਅਜਿਹੀਆਂ ਕਿਸਮਾਂ ਨੇ ਜਿਨ੍ਹਾਂ ਦਾ ਪਰਾਲ ਬਹੁਤ ਹੁੰਦਾ ਹੈ ਤੇ ਅੱਗੇ ਉਹੀ ਪਰਾਲੀ ਸਮੱਸਿਆ ਬਣ ਜਾਂਦੀ ਹੈ। ਸਾਡੇ ਕਿਸਾਨਾਂ ਵਾਸਤੇ ਵੀ ਸਮੱਸਿਆ ਬਣ ਜਾਂਦੀ ਹੈ, ਆਮ ਲੋਕਾਂ ਦੇ ਵਾਸਤੇ ਵੀ ਪ੍ਰਦੂਸ਼ਣ ਫੈਲਣ ਕਰਕੇ ਸਮੱਸਿਆ ਬਣ ਜਾਂਦੀ ਹੈ। ਤੇ ਜੇਕਰ ਆਪਾਂ ਰਹਿੰਦ ਖੂੰਹਦ ਦੀ ਗੱਲ ਕਰੀਏ, ਪਰਾਲ ਦੀ ਗੱਲ ਕਰੀਏ, ਜਾਂ ਆਪਾਂ ਇਹਦੇ ਨਾੜ ਦੀ ਗੱਲ ਕਰੀਏ, ਤਾਂ ਦੂਜੇ ਝੋਨੇ ਦੇ ਮੁਕਾਬਲਤਨ ਉਹਨਾਂ ਕੀ ਹੁੰਦਾ ਕਿ ਬਹੁਤ ਘੱਟ ਹੁੰਦਾ ਜੀ। ਇਹਦਾ ਪਰਾਲ ਬਹੁਤ ਘੱਟ ਹੁੰਦਾ ਉਹਦੇ ਮੁਕਾਬਲੇ। ਬਹੁਤ ਸੌਖੇ ਤਰੀਕੇ ਨਾਲ ਹੀ ਅਸੀਂ ਇਹਦੀ ਮੈਨੇਜਮੈਂਟ ਕਰ ਸਕਦੇ ਹਾਂ ਜੀ। ਤਾਂ ਕਿਸਾਨ ਵੀਰੋ ਤੇ ਭੈਣੋ, ਡਾਕਟਰ ਧਰਮਿੰਦਰਜੀਤ ਸਿੰਘ ਦਾ ਇਹ ਕਹਿਣਾ ਹੈ ਕਿ ਜੇਕਰ ਅਸੀਂ ਬਾਸਮਤੀ ਦੀ ਬਿਜਾਈ ਕਰਦੇ ਹਾਂ ਆਪਣੇ ਖੇਤਾਂ ਦੇ ਵਿੱਚ, ਇੱਕ ਤਾਂ ਇਹ ਹੈ ਕਿ ਇਹ ਲੇਟ ਲੱਗਦਾ ਹੈ, ਜਿਸ ਕਰਕੇ ਪਾਣੀ ਦੀ ਵੀ ਬਚਤ ਹੁੰਦੀ ਹੈ। ਇਹ ਉਦੋਂ ਲਾਇਆ ਜਾਂਦਾ ਹੈ ਜਦੋਂ ਕਿ ਮਾਨਸੂਨ ਆ ਚੁੱਕੀ ਹੁੰਦੀ ਹੈ। ਤੇ ਤੀਸਰਾ, ਡਾਕਟਰ ਸਾਹਿਬ ਦਾ ਇਹ ਵੀ ਕਹਿਣਾ ਹੈ ਕਿ ਇਹਦੇ ਨਾਲ ਜਿਹੜਾ ਪਰਾਲ ਵੀ ਘੱਟ ਪੈਦਾ ਹੁੰਦਾ ਤੇ ਨਾਲੋਂ ਨਾਲ ਅੰਤਰਰਾਸ਼ਟਰੀ ਮੰਡੀ ਦੇ ਵਿੱਚ ਇਸ ਦੀ ਮਾਰਕੀਟ ਵੀ ਹੈ। ਤਾਂ ਜਿਵੇਂ ਕਿਸਾਨ ਵੀਰੋ ਤੇ ਭੈਣੋ, ਪਿਛਲੇ ਸਾਲਾਂ ਦੇ ਵਿੱਚ ਜ਼ਰੂਰ ਮੰਡੀਕਰਨ ਨੂੰ ਲੈ ਕੇ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਸਮੱਸਿਆਵਾਂ ਆਈਆਂ ਸੀ, ਪਰ ਜਿਸ ਹਿਸਾਬ ਦੇ ਨਾਲ ਇਸ ਵਾਰੀ ਜਿਹੜੀ ਸਾਡੀ ਸੂਬਾ ਸਰਕਾਰ ਹੈ ਉਹ ਸੁਹਿਰਦ ਨਜ਼ਰ ਆ ਰਹੀ ਹੈ ਕਿਸਾਨਾਂ ਨੂੰ ਲੈ ਕੇ, ਕਿਸਾਨੀ ਮਸਲਿਆਂ ਨੂੰ ਲੈ ਕੇ। ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਜੇਕਰ ਆਪਾਂ ਮੂੰਗੀ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਈ ਮੰਡੀਆਂ ਦੇ ਵਿੱਚ ਮੂੰਗੀ ਦੀ ਜਿਹੜੀ ਆਮਦ ਹੋ ਚੁੱਕੀ ਹੈ ਤੇ ਉਸ ਦਾ ਜਿਹੜਾ ਵੱਜਵਾਂ MSP ਹੈ ਉਹਦੇ ਉੱਤੇ ਸਰਕਾਰ ਖਰੀਦ ਰਹੀ ਹੈ। ਤਾਂ ਇਸ ਕਰਕੇ ਕਾਫੀ ਆਸਾਂ ਨੇ। ਤਾਂ ਡਾਕਟਰ ਸਾਹਿਬ, ਕਿਉਂਕਿ ਜਿਹੜਾ ਰਵਾਇਤੀ PR ਕਿਸਮਾਂ ਨੇ ਉਹਦੇ ਵਿੱਚ ਸਾਡੇ ਕਿਸਾਨ ਭਰਾਵਾਂ ਦੇ ਕੋਲੇ ਕਾਫੀ ਤਜਰਬਾ ਹੈ, ਭਾਵੇਂ ਉਹ ਫੱਕ ਦਾ ਪਨੀਰੀ ਤਿਆਰ ਕਰਨ ਦਾ ਹੈ ਜਾਂ ਖੇਤ ਦੇ ਵਿੱਚ ਲਾਉਣ ਦਾ ਹੈ, ਭਾਵੇਂ ਕਿ ਸਾਡੇ ਕਿਸਾਨ ਭਰਾ ਕਾਫੀ ਹੁਣ ਜਾਗਰੂਕ ਹੋ ਚੁੱਕੇ ਨੇ, ਭਾਵੇਂ ਕਿ ਉਹ ਤੁਹਾਡੇ ਵਿਭਾਗ ਦੇ ਕਰਕੇ ਹੈ ਜਾਂ ਖੇਤੀਬਾੜੀ ਯੂਨੀਵਰਸਿਟੀ ਕਰਕੇ ਹੈ ਜਾਂ ਖੇਤੀਬਾੜੀ ਮੇਲਿਆਂ ਕਰਕੇ ਹੈ ਜਾਂ ਖੇਤੀਬਾੜੀ ਸਾਹਿਤ ਕਰਕੇ ਹੈ ਜਾਂ ਫਿਰ ਸਾਡੇ ਕਿਸਾਨ ਬਾਣੀ ਪ੍ਰੋਗਰਾਮ ਕਰਕੇ ਹੈ ਜਾਂ DD ਕਿਸਾਨ ਕਰਕੇ ਹੈ, ਪਰ ਫਿਰ ਵੀ ਜਿਹੜੇ ਬਾਸਮਤੀ ਵਾਲੇ ਪਾਸੇ ਬਹੁਤੇ ਕਿਸਾਨ ਸਾਡੇ ਨਹੀਂ ਆਏ। ਤਾਂ ਤੁਹਾਡਾ ਆਪਣਾ ਇੱਕ ਦ੍ਰਿਸ਼ਟੀਕੋਣ ਹੈ, ਤੁਹਾਡੀ ਆਪਣੀ ਇੱਕ ਵਿਚਾਰਧਾਰਾ ਹੈ, ਤੁਹਾਡੀ ਖੋਜ ਦਾ, ਤੁਹਾਡੇ ਅਧਿਐਨ ਦਾ, ਖੇਤਰ ਦੇ ਵਿੱਚ ਵਿਚਰਨ ਦਾ ਤੁਹਾਡਾ ਇੱਕ ਵੱਖਰਾ ਤਜਰਬਾ ਹੈ। ਤਾਂ ਤੁਹਾਡੇ ਹਿਸਾਬ ਦੇ ਨਾਲ ਜੇਕਰ ਆਪਾਂ ਇਹਦੀ ਪਨੀਰੀ ਬੀਜਣ ਦੀ ਗੱਲ ਕਰੀਏ ਤਾਂ ਸਹੀ ਢੁਕਵਾਂ ਸਮਾਂ, ਜੇ ਆਪਾਂ ਇਹ 7 ਵੈਰਾਈਟੀਆਂ ਕਿਸਮਾਂ ਦੀ ਗੱਲ ਕਰੀਏ ਤਾਂ ਕਿਹੜਾ ਸਮਾਂ ਵਧੀਆ ਸਮਾਂ ਹੈ? ਇਹਦਾ ਜਿਹੜਾ ਹੁਣ ਟਾਈਮ ਬੁੱਟਰ ਜੀ ਲੰਘ ਰਿਹਾ ਹੁਣ ਟਾਈਮ ਆਪਣਾ, ਇਹ ਸਭ ਤੋਂ ਢੁਕਵਾਂ ਸਮਾਂ ਹੈ। 5 ਕਿਸਮਾਂ ਜਿਹੜੀਆਂ
ਪੰਜਾਬ ਬਾਸਮਤੀ 7, ਪੰਜਾਬ ਬਾਸਮਤੀ 5, ਜੀ ਪੂਸਾ ਬਾਸਮਤੀ 17 18, ਪੂਸਾ ਬਾਸਮਤੀ 16 37 ਤੇ ਪੂਸਾ 11 21 ਜਿਹੜਾ ਇਹਦਾ 15 ਜੂਨ ਦਾ ਪਹਿਲਾ 15 ਜੂਨ ਤੱਕ ਇਹਦੀ ਬਜਾਏ ਆਪਣੀ ਪਨੀਰੀ ਬੀਜਣੀ ਹੈ। ਹੁਣ ਇਹ ਸਮਝੋ ਅੱਜ 15 ਤਰੀਕ ਹੋ ਚੁੱਕੀ ਹੈ। ਕਿਸਾਨ ਵੀਰਾਂ ਨੂੰ ਬੇਨਤੀ ਹੈ ਵੀ ਇਹ ਹੁਣ ਜਿਨ੍ਹਾਂ ਨੇ ਇਹ ਕਿਸਮਾਂ ਲਾਉਣੀਆਂ ਉਹ ਪਨੀਰੀ ਦੀ ਬਿਜਾਈ ਕਰ ਦੇਣ। ਜਿਹੜੀਆਂ ਦੂਸਰੀਆਂ ਦੋ ਕਿਸਮਾਂ CSR 30 ਤੇ 1509 ਹੈ, ਉਹਦੀ ਜਿਹੜੀ ਪਨੀਰੀ ਦੀ ਬਿਜਾਈ ਹੈ 15 ਤੋਂ 30 ਜੂਨ ਦੇ ਦਰਮਿਆਨ ਉਹ ਕਰ ਸਕਦੇ ਆ। ਜੀ ਕਿਸਾਨ ਵੀਰੋ ਤੇ ਭੈਣੋ, ਅੱਜ ਦੇ ਪ੍ਰੋਗਰਾਮ ਕਿਸਾਨ ਬਾਣੀ ਦੇ ਅੰਤਰਗਤ ਸਿੱਧੇ ਪ੍ਰਸਾਰਣ ਦੇ ਤਹਿਤ ਗੱਲਾਂ ਬਾਤਾਂ ਅਸੀਂ ਕਰ ਰਹੇ ਹਾਂ ਡਾਕਟਰ ਧਰਮਿੰਦਰਜੀਤ ਸਿੰਘ, ਬਲਾਕ ਖੇਤੀਬਾੜੀ ਅਫਸਰ ਰਾਮਪੁਰਾ, ਤੇ ਗੱਲਾਂ ਬਾਤਾਂ ਹੋ ਰਹੀਆਂ ਨੇ ਜੀ ਬਾਸਮਤੀ ਦੀਆਂ ਸੁਧਰੀਆਂ ਕਿਸਮਾਂ ਅਤੇ ਨਰਸਰੀ ਤਿਆਰ ਕਰਨ ਦੇ ਲਈ ਨੁਕਤਿਆਂ ਨੂੰ ਲੈ ਕੇ। ਤੇ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ, ਇਸ ਦੇ ਵਿੱਚ ਤੁਸੀਂ ਵੀ ਸ਼ਾਮਲ ਹੋ ਸਕਦੇ ਹੋ 0164 22 40 331 ਨੰਬਰ ਡਾਇਲ ਕਰਕੇ। ਪ੍ਰੋਗਰਾਮ ਕਿਸਾਨ ਬਾਣੀ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਜ਼ ਤੇ ਨਾਲੋਂ ਨਾਲ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਦੇ ਰਾਹੀਂ। ਤੇ ਸਾਡੀ ਇਸ ਗੱਲਬਾਤ ਨੂੰ ਤੁਸੀਂ ਬਾਅਦ ਦੇ ਵਿੱਚ ਸਾਡੇ YouTube ਚੈਨਲ AIR ਕਿਸਾਨ ਬਾਣੀ ਬਠਿੰਡਾ ਦੇ ਰਾਹੀਂ ਵੀ ਸੁਣ ਸਕੋਗੇ, ਮਾਣ ਸਕੋਗੇ। ਤਾਂ ਡਾਕਟਰ ਸਾਹਿਬ, ਉਸ ਤੋਂ ਬਾਅਦ ਗੱਲ ਆ ਜਾਂਦੀ ਹੈ ਬੀਜ ਦੀ। ਜੇਕਰ ਆਪਾਂ ਮਾਤਰਾ ਦੀ ਗੱਲ ਕਰੀਏ ਤਾਂ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਜਿਹੜਾ ਬੀਜ ਕਿੰਨਾ ਕੁ ਤੁਹਾਡੇ ਹਿਸਾਬ ਦੇ ਨਾਲ ਇਹਨਾਂ 7 ਵੱਖ-ਵੱਖ ਕਿਸਮਾਂ ਦੇ ਵਿੱਚੋਂ ਪਾਉਣਾ ਚਾਹੀਦਾ? ਇਹਦੇ ਵਾਸਤੇ ਬੁੱਟਰ ਜੀ ਸੁਧਰਿਆ ਤੇ ਭਾਰਾ ਜਿਹੜਾ 8 ਕਿਲੋ ਬੀਜ ਜੀ ਦੇ ਅਸੀਂ ਬੀਜਣਾ 1 ਏਕੜ ਦੀ ਪਨੀਰੀ ਵਾਸਤੇ ਜੀ 8 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਪੈਣਾ ਹੈ। ਤਾਂ ਡਾਕਟਰ ਸਾਹਿਬ, ਕਿਉਂਕਿ ਬੀਜ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ, ਭਾਵੇਂ ਆਪਾਂ ਫਸਲ ਦੇ ਵਾਧੇ ਦੀ ਗੱਲ ਕਰੀਏ, ਵਿਕਾਸ ਦੀ ਗੱਲ ਕਰੀਏ, ਖਾਸ ਕਰਕੇ ਆਪਾਂ ਝਾੜ ਦੀ ਗੱਲ ਕਰੀਏ, ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਕਈ ਵਾਰੀ ਸਾਡੇ ਕਿਸਾਨ ਭਰਾ ਅਸੀਂ ਦੇਖਿਆ ਹੈ, ਸੁਣਿਆ ਹੈ ਕਿ ਗੈਰ ਪ੍ਰਮਾਣਿਤ ਜਿਹੜੀਆਂ ਕਿਸਮਾਂ ਦੇ ਬੀਜ ਆ ਉਹ ਬਾਜ਼ਾਰ ਦੇ ਵਿੱਚੋਂ ਲੈ ਲੈਂਦੇ ਨੇ ਤੇ ਬਾਅਦ ਦੇ ਵਿੱਚ ਝਾੜ ਦੇ ਉੱਤੇ ਜਦੋਂ ਬਹੁਤ ਮਾੜਾ ਅਸਰ ਹੁੰਦਾ ਹੈ ਤਾਂ ਬੜੀ ਨਿਰਾਸ਼ਾ ਹੁੰਦੀ ਹੈ, ਕਿਉਂਕਿ ਖਰਚ ਤੇ ਖੇਚਲ ਬਹੁਤ ਹੋ ਚੁੱਕਾ ਹੁੰਦਾ ਹੈ। ਤਾਂ ਡਾਕਟਰ ਸਾਹਿਬ, ਤੁਹਾਡੇ ਹਿਸਾਬ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਤਾਂ ਫਿਰ ਜਿਹੜਾ ਬੀਜ ਹੈ, ਜੇਕਰ ਇਹ 7 ਕਿਸਮਾਂ ਜਿਹੜੀਆਂ ਬਾਸਮਤੀ ਦੀਆਂ ਤੁਸੀਂ ਗਣਾਈਆਂ ਨੇ, ਸੁਣਾਈਆਂ ਨੇ, ਤਾਂ ਇਹਨਾਂ ਦਾ ਬੀਜ ਫਿਰ ਸਾਡੇ ਕਿਸਾਨ ਭਰਾ ਕਿੱਥੋਂ ਹਾਸਲ ਕਰ ਸਕਦੇ ਨੇ? ਇਹ ਆਪਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਜੀ ਪੰਜ ਸੀਡ ਤੋਂ, ਨੈਸ਼ਨਲ ਸੀਡ ਕਾਰਪੋਰੇਸ਼ਨ ਤੋਂ ਜਾਂ ਪ੍ਰਾਈਵੇਟ ਅਦਾਰਿਆਂ ਤੋਂ ਵੀ ਇਹ ਮਿਲ ਜਾਂਦਾ ਸੀਡ। ਇਸ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਜੀ। ਤਾਂ ਡਾਕਟਰ ਸਾਹਿਬ, ਤੁਸੀਂ ਜ਼ਿਕਰ ਕੀਤਾ ਕਿ 8 ਕਿਲੋ ਬੀਜ ਹੈ ਜਿਹੜਾ ਉਹ ਏਕੜ ਦੇ ਹਿਸਾਬ ਦੇ ਨਾਲ ਪੈ ਜਾਂਦਾ ਹੈ, ਤੇ ਪਰ ਜੇਕਰ ਕਿਸੇ ਕਿਸਾਨ ਭਰਾ ਨੇ 1 ਕਿੱਲੇ ਦੀ ਪਨੀਰੀ ਤਿਆਰ ਕਰਨੀ ਹੋਵੇ, ਮੋਟੀ ਜੀ ਗੱਲ ਹੈ, ਤਾਂ ਉਹਦੇ ਵਾਸਤੇ ਜਿਹੜਾ ਬੀਜ ਹੈ ਉਹ ਕਿੰਨੇ ਕੁ ਮਰਲਿਆਂ ਦੇ ਵਿੱਚ ਜਾਂ ਕਿੰਨੀ ਕੁ ਜਗ੍ਹਾ ਦੇ ਵਿੱਚ ਬੀਜਣਾ ਕਾਫੀ ਰਹਿੰਦਾ ਹੈ? ਉਹ ਤਕਰੀਬਨ 6.5 ਮਰਲਿਆਂ ਦੇ ਵਿੱਚ ਜਿਹੜਾ 8 ਕਿਲੋ ਬੀਜ ਦਾ ਛਿੱਟਾ ਦੇਣਾ ਜੀ। ਤਾਂ ਡਾਕਟਰ ਸਾਹਿਬ, ਅਗਲੀ ਜੇਕਰ ਆਪਾਂ ਗੱਲ ਕਰੀਏ, ਕਿਉਂਕਿ ਕਈ ਕਿਸਮ ਦੀਆਂ ਭਾਵੇਂ ਝੋਨਾ ਸਾਡਾ PR ਕਿਸਮਾਂ ਨੇ, ਚਾਹੇ ਉਹ ਬਾਸਮਤੀ ਹੈ, ਚਾਹੇ ਕੋਈ ਹੋਰ ਵੈਰਾਈਟੀਆਂ ਨੇ, ਦੇਖੋ ਬਿਮਾਰੀਆਂ ਦਾ ਜਾਂ ਕੀੜੇ ਮਕੌੜਿਆਂ ਦਾ ਜ਼ਰੂਰ ਹਮਲਾ ਹੁੰਦਾ ਹੈ। ਤਾਂ ਜਿਹੜੇ ਖੇਤੀਬਾੜੀ ਨਾਲ ਜੁੜੇ ਹੋਏ ਮਾਹਰ ਹੈ, ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜਾ ਬੀਜ ਨੂੰ ਜੇਕਰ ਅਸੀਂ ਸੋਧ ਲੈਂਦੇ ਹਾਂ ਤਾਂ ਇਹਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਜਾਂ ਅਲਾਮਤਾਂ ਤੋਂ ਬਚਿਆ ਜਾ ਸਕਦਾ ਹੈ। ਤਾਂ ਡਾਕਟਰ ਸਾਹਿਬ, ਇਹ ਪ੍ਰਸ਼ਨ ਦਾ ਉੱਤਰ ਤੁਹਾਡੇ ਤੋਂ ਅਸੀਂ ਬਾਅਦ ਦੇ ਵਿੱਚ ਲਵਾਂਗੇ। ਇੱਕ ਕਿਸਾਨ ਭਰਾ ਸਾਡੇ ਨਾਲ ਜੁੜੇ ਨੇ, ਜਾਣਦੇ ਹਾਂ ਉਹਨਾਂ ਦਾ ਨਾਮ ਤੇ ਉਹਨਾਂ ਦਾ ਸਵਾਲ। ਹੈਲੋ ਜੀ, ਆਪਣਾ ਨਾਮ ਤੇ ਆਪਣਾ ਗ੍ਰਾਂ ਦੱਸਿਓ ਜੀ। ਉਹਨਾਂ ਤੋਂ ਬੋਲਦਾ ਜੀ, ਗੁਰਟੇਕ। ਅੱਛਾ ਗੁਰਟੇਕ ਜੀ, ਤੁਹਾਡਾ ਸਵਾਗਤ ਹੈ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਤੇ ਕੀ ਸਵਾਲ ਪੁੱਛਣਾ ਚਾਹੋਗੇ ਡਾਕਟਰ ਧਰਮਿੰਦਰਜੀਤ ਸਿੰਘ ਜੀ ਤੋਂ? ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਗੁਰਟੇਕ ਜੀ। ਹਾਂਜੀ, 26 ਦੀ ਫੱਕ ਲਾਉਣੀ ਹੈ ਜੀ, ਵੀ ਹੁਣ ਮਤਲਬ ਲਾਈਏ ਕਿ ਡੇਟ ਤਾਂ ਨਹੀਂ ਗੀ ਕੋਈ? ਉਹਦੀ 26 ਦੀ ਫੱਕ ਲਾ ਸਕਦੇ ਹੋ ਤੁਸੀਂ? ਹਾਂ, 126 ਕਿਸਮ ਜੀ। ਹਾਂਜੀ ਲਾ ਦਿਓ ਜੀ। ਗੁਰਟੇਕ ਜੀ, ਵੈਸੇ ਆਪਾਂ ਜਿਹੜੀ ਗੱਲਬਾਤ ਕਰ ਰਹੇ ਹਾਂ ਨਾ, ਬਾਸਮਤੀ ਦੀਆਂ ਸੁਧਰੀਆਂ ਕਿਸਮਾਂ ਤੇ ਕਰ ਰਹੇ ਹਾਂ, ਤਾਂ ਫਿਰ ਵੀ ਡਾਕਟਰ ਸਾਹਿਬ ਦਾ ਇਹ ਕਹਿਣਾ ਹੈ ਕਿ ਤੁਸੀਂ ਲਾ ਸਕਦੇ ਹੋ, ਕੋਈ ਗੱਲ ਨਹੀਂ। ਜਿਹੜੀ PR 126 ਦੀ ਫੱਕ ਹੈ, ਲਾ ਦਿਓ ਆਉਣ ਵਾਲੇ ਦਿਨਾਂ ਦੇ ਵਿੱਚ। ਹਾਂਜੀ, ਉਹ ਤਾਂ ਸੁਣੀ ਜਾਂਦਾ। ਇਹਦੇ ਚ ਇੱਕ ਧਿਆਨ ਰੱਖਿਓ ਵੀ ਇਹ 25 ਦਿਨ ਦੀ ਲਾਉਣੀ ਹੈ, ਤੁਸੀਂ ਜ਼ਿਆਦਾ ਲੰਬੇ ਸਮੇਂ ਤੱਕ ਨਹੀਂ ਰੱਖਣੀ ਪਨੀਰੀ ਇਹ। ਹਾਂਜੀ, ਤਾਂ ਹੀ ਲੇਟ ਕਰਦੇ ਸੀਗੇ ਵੀ ਥੋੜਾ ਜਵਾਰ ਦੂਰ ਚ ਬੀਜੀ ਬੈਠੇ ਸੀ ਵੀ ਥੋੜਾ ਲੇਟ ਕਰ। ਚਲੋ ਹੈ ਤਾਂ ਇਹ ਲੇਟ, ਪਰ ਹੁਣ ਲਾ ਦਿਓ ਤੁਸੀਂ, ਜ਼ਿਆਦਾ ਲੇਟ ਨਾ ਕਰੋ। ਨਹੀਂ ਲਾ ਦਿੰਦੇ ਜੀ, ਬਸ 15 ਹੋ ਗਏ, 17 ਤੇ ਸਵੇਰੇ ਜੀ। ਤਾਂ ਫੋਨ ਕਾਲ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤਾਂ ਡਾਕਟਰ ਸਾਹਿਬ, ਸਾਡੇ ਜਿਹੜੇ ਕਿਸਾਨ ਭਰਾ ਨੇ ਬੜੇ ਸਿਆਣੇ ਹੋ ਗਏ ਨੇ, ਕਿਉਂਕਿ 2 ਨਹੀਂ ਹੁਣ 3 ਫਸਲਾਂ ਲੈ ਰਹੇ ਨੇ। ਆਪਾਂ ਦੇਖਦੇ ਹਾਂ ਕਿ ਕਣਕ ਹੈ, ਕਣਕ ਤੋਂ ਬਾਅਦ ਕਈ ਥਾਵਾਂ ਤੇ ਮੱਕੀ ਦੀ ਬਿਜਾਈ ਕੀਤੀ ਹੈ, ਮੂੰਗੀ ਦੀ ਬਿਜਾਈ ਕੀਤੀ ਹੈ ਨਾ ਜੀ, ਜਾਂ ਹੋਰ ਕੋਈ ਹਰੇ ਚਾਰੇ ਦੀ ਬਿਜਾਈ ਕੀਤੀ ਹੈ। 3 ਫਸਲਾਂ ਸਾਡੇ ਕਿਸਾਨ ਭਰਾ ਲੈ ਰਹੇ ਨੇ। ਤਾਂ ਬਿਲਕੁਲ ਜੀ, ਜਿਹੜੀਆਂ ਖੇਤੀ ਦੀਆਂ ਲਾਗਤਾਂ ਆਪਾਂ ਨੂੰ ਘਟਾਉਣੀਆਂ ਪੈਣਗੀਆਂ, ਆਮਦਨ ਆਪਾਂ ਨੂੰ ਵਧਾਉਣੀ ਪਊਗੀ, ਖੇਤੀਬਾੜੀ ਮਾਹਰਾਂ ਦੀਆਂ ਸਿਫਾਰਿਸ਼ਾਂ ਦੇ ਮੁਤਾਬਕ ਸਾਨੂੰ ਚੱਲਣਾ ਹੋਵੇਗਾ। ਤਾਂ ਡਾਕਟਰ ਸਾਹਿਬ, ਪ੍ਰਸ਼ਨ ਸੀ ਕਿ ਜਿਹੜੀ ਬੀਜ ਸੋਧ ਜੇਕਰ ਆਪਾਂ ਕਰਨੀ ਹੋਵੇ ਬਾਸਮਤੀ ਦੀਆਂ ਵੱਖ-ਵੱਖ ਜਿਹੜੀਆਂ ਕਿਸਮਾਂ ਨੇ, ਤਾਂ ਉਹਦਾ ਕੀ ਢੰਗ ਤਰੀਕਾ ਹੁੰਦਾ? ਬੀਜ ਦੀ ਸੋਧ ਬੁੱਟਰ ਜੀ
ਜਿਹੜੀ ਕੁੰਗੀ ਤੇ ਕਾਂਗੈਰੀ ਜਾਂ ਬੰਟ ਵਾਸਤੇ ਅਸੀਂ ਜਿਹੜੀ ਇਹਦੀ ਸਿਫਾਰਿਸ਼ ਕਰਦੇ ਹਾਂ ਉਹ ਸਪ੍ਰਿੰਟ ਦਵਾਈ ਹੈ। 3 ਗ੍ਰਾਮ ਉਹ 1 ਕਿਲੋ ਬੀਜ ਨੂੰ ਲੱਗਦੀ ਹੈ ਜੀ। ਤੇ ਦੂਸਰਾ ਇਹਦੇ ਵਿੱਚ ਬਾਸਮਤੀ ਦੇ ਵਿੱਚ ਇੱਕ ਫੁੱਟ ਰੋਟ ਦਾ ਬਿਮਾਰੀ ਆਉਂਦੀ ਹੈ, ਝੰਡਾ ਰੋਗ ਜਿਹਨੂੰ ਕਹਿੰਦੇ ਆ ਕਿਸਾਨ ਵੀਰ ਜੀ। ਤੇ ਉਹਦੇ ਵਾਸਤੇ ਅਸੀਂ ਜਿਹੜੀ ਟ੍ਰਾਈਕੋਡਰਮਾ ਦੇ ਨਾਲ ਇਹਦੀ ਬੀਜ ਦੀ ਸੋਧ ਕਰਨੀ ਹੈ। ਉਹ 15 ਗ੍ਰਾਮ 1 ਕਿਲੋ ਬੀਜ ਨੂੰ ਲੱਗਦੀ ਆ ਜੀ। ਦੋਨੋਂ ਦਵਾਈਆਂ ਨਾਲ ਇਹਨੂੰ ਅਸੀਂ ਸੋਧਣਾ ਹੈ ਜੀ। 2 ਦਵਾਈਆਂ ਦੀ ਤੁਸੀਂ ਗੱਲ ਕੀਤੀ ਵੀ ਇਹਨਾਂ ਦੀ ਆਪਾਂ ਵਰਤੋਂ ਕਰਨੀ ਹੈ, ਨਾਲ ਤੁਸੀਂ ਉਹਦੀ ਮਿਕਦਾਰ ਦੀ ਵੀ ਗੱਲ ਕੀਤੀ। ਤਾਂ ਬੀਜ ਨੂੰ ਫਿਰ ਸੋਧਣਾ ਕਿਵੇਂ ਆ? ਕੋਈ ਉਦੋਂ ਧੁੱਪ ਦਾ ਧਿਆਨ, ਕੋਈ ਛਾਂ ਦਾ ਧਿਆਨ, ਜਾਂ ਕਿੰਨਾ ਸਮਾਂ, ਕਿਹੜੇ ਢੰਗ ਤਰੀਕੇ ਨਾਲ ਜਿਹੜੀ ਦਵਾਈ ਲਾਈ ਜਾਵੇ? ਨਹੀਂ, ਜਿਹੜੀ ਸਪ੍ਰਿੰਟ ਦਵਾਈ ਹੈ ਜੀ ਉਹ 3 ਗ੍ਰਾਮ 10 ml ਪਾਣੀ 'ਚ ਘੋਲ ਕੇ ਉਹਦੀ ਸਲਰੀ ਬਣਾ ਕੇ ਉਹ ਬੀਜ ਨੂੰ ਲਾ ਦੇਣੀ ਹੈਗੀ ਜੀ। ਜਿਵੇਂ ਟ੍ਰਾਈਕੋਡਰਮ ਹੈ ਜਿਹੜੀ ਉਹ ਵੀ 15 ਗ੍ਰਾਮ ਜਿਹੜੀ ਉਹਦੀ ਸਲਰੀ ਬਣਾ ਕੇ ਜੀ ਉਹ ਵੀ 1 ਕਿਲੋ ਬੀਜ ਨੂੰ ਲਾਉਣੀ ਹੈ। ਬਾਅਦ ਦੇ ਵਿੱਚ ਪਹਿਲਾਂ ਉਹਨੂੰ ਲਾ ਕੇ ਪਹਿਲੀ ਨੂੰ ਸੁਕਾ ਲੈਣਾ, ਦੁਬਾਰੇ ਫਿਰ ਅਸੀਂ ਲਾਉਣੀ ਹੈ ਬੀਜਣ ਤੋਂ ਪਹਿਲਾਂ ਜੀ। ਤਾਂ ਡਾਕਟਰ ਸਾਹਿਬ ਅਗਲੀ ਜੇਕਰ ਆਪਾਂ ਗੱਲ ਕਰੀਏ ਤਾਂ ਬਾਸਮਤੀ ਹੈ, ਭਾਵੇਂ ਕੋਈ ਹੋਰ ਵੈਰਾਈਟੀ ਹੈ ਝੋਨੇ ਦੀ, ਤਾਂ ਕਿਉਂਕਿ ਖੇਤ ਦੀ ਤਿਆਰੀ ਦੀ ਜਿਹੜੀ ਬੜੀ ਮਹੱਤਤਾ ਹੁੰਦੀ ਹੈ, ਤਾਂ ਜਦੋਂ ਇਹਨਾਂ 7 ਬਾਸਮਤੀ ਦੀਆਂ ਕਿਸਮਾਂ ਦੇ ਵਿੱਚੋਂ ਕਿਸੇ ਇੱਕ ਦੀ ਸਾਡੇ ਕਿਸਾਨ ਭਰਾ ਨੇ ਚੋਣ ਕਰ ਲਈ, ਤਾਂ ਉਹ ਨੇੜੇ ਦੇ ਕਿਸੇ ਖੇਤੀਬਾੜੀ ਕੇਂਦਰ ਦੇ ਵਿੱਚੋਂ ਜਾ ਕੇ ਉਹ ਬੀਜ ਖਰੀਦ ਲੈਂਦਾ ਹੈ, ਪ੍ਰਾਪਤ ਕਰ ਲੈਂਦਾ ਹੈ। ਤਾਂ ਉਸ ਤੋਂ ਬਾਅਦ ਜਿਹੜਾ ਪੜਾਅ ਆਉਂਦਾ ਖੇਤ ਦੀ ਤਿਆਰੀ ਕਰਨ ਦਾ, ਤਾਂ ਫਿਰ ਕਿਹੜੇ ਢੰਗ ਦੇ ਨਾਲ ਖੇਤ ਦੀ ਤਿਆਰੀ ਕੀਤੀ ਜਾਵੇ ਤਾਂ ਜੋ ਨਿਰਧਾਰਤ ਸਮੇਂ ਦੇ ਵਿੱਚ ਵਧੀਆ ਢੰਗ ਦੇ ਨਾਲ ਜਿਹੜੀ ਪੌਦ ਹੈ ਜਾਂ ਪਨੀਰੀ ਹੈ ਉਹ ਤਿਆਰ ਹੋ ਜੇ? ਖੇਤ ਦੀ ਤਿਆਰੀ ਇਸ ਤਰ੍ਹਾਂ ਹੈ ਬੁੱਟਰ ਜੀ ਵੀ ਪਹਿਲਾਂ ਉਹਨੂੰ ਰੂੜੀ ਵਗੈਰਾ ਪਾ ਕੇ ਖੇਤ ਦੇ ਵਿੱਚ ਉਹਨੂੰ ਪਾਣੀ ਲਗਾ ਦਿਓ ਜੀ। ਪਾਣੀ ਲਗਾਉਣ ਤੋਂ ਬਾਅਦ ਜਿਹੜੇ ਉਹ ਨਦੀਨ ਆ ਉਹ ਹਰੇ ਹੋਏ ਆਉਣਗੇ ਜੀ। ਨਦੀਨ ਹਰੇ ਹੋਣ ਤੋਂ ਉਹਨੂੰ ਵਾਹ ਦਿਓ। ਵਾਹੁਣ ਤੋਂ ਬਾਅਦ ਉਹਨੂੰ ਕੰਪਿਊਟਰ ਕਰਾ ਲਵਾ ਕੇ ਉਹਨੂੰ ਲੈਵਲ ਕਰਨ ਤੋਂ ਬਾਅਦ ਅਸੀਂ ਪਨੀਰੀ ਬੀਜ ਸਕਦੇ ਹਾਂ ਜੀ। ਤਾਂ ਉਸ ਤੋਂ ਬਾਅਦ ਡਾਕਟਰ ਸਾਹਿਬ ਜਿਵੇਂ ਆਪਾਂ ਪਾਣੀਆਂ ਦੀ ਗੱਲ ਕਰੀਏ ਹੈ ਨਾ, ਕਿਉਂਕਿ ਇੱਕ ਪਾਸੇ ਧਰਤੀ ਹੇਠਲੇ ਪਾਣੀ ਦੀ ਵਰਤੋਂ ਕਰ ਰਹੇ ਸਾਡੇ ਕਿਸਾਨ ਭਰਾ, ਦੂਸਰੇ ਪਾਸੇ ਨਹਿਰੀ ਪਾਣੀ ਦੀ। ਇਹਨਾਂ ਦਿਨਾਂ ਦੇ ਵਿੱਚ ਦੇਖੋ ਨਹਿਰੀ ਪਾਣੀ ਦੀ ਵੀ ਕਿੱਲਤ ਹੈ, ਬੰਦੀ ਚੱਲ ਰਹੀ ਹੈ ਨਾ, ਤਾਂ ਮਜਬੂਰਨ ਜਿਹੜਾ ਧਰਤੀ ਹੇਠਲੇ ਪਾਣੀ ਦੀ ਵਰਤੋਂ ਕੀਤੀ ਜਾ ਰਹੀ ਹੈ। ਤਾਂ ਤੁਹਾਡੇ ਹਿਸਾਬ ਦੇ ਨਾਲ ਜਿਹੜਾ ਹੈ ਪਨੀਰੀ ਦੇ ਵਾਧੇ ਤੇ ਵਿਕਾਸ ਦੇ ਵਿੱਚ ਫਿਰ ਉਹ ਧਰਤੀ ਹੇਠਲਾ ਪਾਣੀ ਵਰਤਣ ਕਿ ਨਹਿਰੀ ਪਾਣੀ ਵਰਤਣ ਕਿ ਰਲਾ ਮਿਲਾ ਕੇ ਵਰਤ ਲੈਣ? ਉਹ ਤੁਹਾਡਾ ਬੁੱਟਰ ਜੀ ਉਹ ਕਿਸਾਨਾਂ ਦੇ ਪਾਣੀ ਦੀ ਕੁਆਲਿਟੀ 'ਤੇ ਨਿਰਭਰ ਕਰਦਾ ਜੀ। ਜੇ ਪਾਣੀ 1 ਨੰਬਰ ਹੈ ਤਾਂ ਉਹਦੇ 'ਚ ਕੋਈ ਪ੍ਰੋਬਲਮ ਨਹੀਂ ਆਉਂਦੀ ਜੀ। ਜੇ ਪਾਣੀ ਦੇ ਵਿੱਚ ਥੋੜਾ ਸ਼ੋਰ ਹੈ ਤਾਂ ਉਹ ਮਤਲਬ ਰਲਾ ਕੇ, ਜਾਂ ਜੇ ਜ਼ਿਆਦਾ ਸ਼ੋਰ ਹੈ ਤਾਂ ਉਹ ਨਹਿਰੀ ਪਾਣੀ ਜੇ ਅਵੇਲੇਬਲ ਹੈ ਤਾਂ ਵਰਤ ਸਕਦੇ ਆ ਜੀ। ਮਤਲਬ ਜਿਹੜੀ ਪਹਿਲ ਹੈਗੀ ਆ ਉਹ ਨਹਿਰੀ ਪਾਣੀ ਨੂੰ ਦੇਣੀ ਚਾਹੀਦੀ ਆ। ਅਗਲੀ ਗੱਲ ਇਹ ਹੈ ਤਾਂ ਪਾਣੀ ਦੀ ਜਿਹੜੀ ਪਰਖ ਹੈ ਉਹ ਕਰਵਾ ਲੈਣੀ ਚਾਹੀਦੀ ਜੀ। ਤਾਂ ਡਾਕਟਰ ਸਾਹਿਬ ਇਹਨਾਂ ਗੱਲਾਂ ਦੇ ਵਿੱਚ ਇੱਕ ਗੱਲ ਹੈ, ਕਿਉਂਕਿ ਭਾਵੇਂ ਉਹ ਬਾਸਮਤੀ ਝੋਨਾ, ਚਾਹੇ ਉਹ PR ਕਿਸਮਾਂ ਆ ਗਈਆਂ ਵੱਖਰੀਆਂ, ਤੇ ਭਾਵੇਂ ਉਹ ਸਿੱਧੇ ਤੌਰ ਤੇ ਸਾਡੇ ਕਿਸਾਨ ਭਰਾਵਾਂ ਨੇ ਆਪਣੇ ਖੇਤਾਂ ਦੇ ਵਿੱਚ ਝੋਨਾ ਬੀਜਿਆ, ਕਿਉਂਕਿ ਪਾਣੀ ਦੀ ਬਹੁਤ ਲੋੜ ਹੁੰਦੀ ਹੈ ਝੋਨੇ ਨੂੰ, ਭਾਵੇਂ ਕਿ ਸਰਕਾਰ ਦੁਆਰਾ, ਖੇਤੀਬਾੜੀ ਮਾਹਰਾਂ ਦੁਆਰਾ ਜਾਂ ਸਾਡੇ ਵਾਤਾਵਰਣ ਪ੍ਰੇਮੀਆਂ ਦੁਆਰਾ ਬੜੀ ਬੇਨਤੀ ਰਜੋਈ ਕੀਤੀ ਜਾ ਰਹੀ ਹੈ ਸਾਡੇ ਕਿਸਾਨ ਭਰਾਵਾਂ ਨੂੰ ਕਿ ਇਹਦਾ ਕੋਈ ਬਦਲ ਲੱਭਿਆ ਜਾਵੇ ਜਾਂ ਕੋਈ ਫਸਲੀ ਵਿਭਿੰਨਤਾ ਲਿਆਂਦੀ ਜਾਵੇ ਤਾਂ ਜੋ ਅਸੀਂ ਪਾਣੀਆਂ ਦੀ ਵੀ, ਆਪਣੇ ਧਰਾਤਲ ਦੀ ਵੀ ਬਚਤ ਕਰੀਏ ਤੇ ਅੱਗੇ ਪਰਾਲੀ ਦੀ ਵੀ ਕੋਈ ਸਮੱਸਿਆ ਨਾ ਆਵੇ। ਤਾਂ ਡਾਕਟਰ ਸਾਹਿਬ ਜੇਕਰ ਆਪਾਂ ਗੱਲ ਕਰੀਏ ਤਾਂ ਜਿਹੜਾ ਇਹ ਪਨੀਰੀ ਦੇ ਵਿੱਚ ਕਈ ਕਿਸਮ ਦੇ ਦੇਖੋ ਨਦੀਨ ਹੋ ਜਾਂਦੇ ਆ, ਕੱਖ ਬੂਟੇ ਹੋ ਜਾਂਦੇ ਆ, ਹੈ ਨਾ? ਬਿਲਕੁਲ ਜੀ। ਤਾਂ ਉਹਨਾਂ ਨਦੀਨਾਂ ਨੂੰ ਰੋਕਣ ਦੇ ਵਾਸਤੇ ਫਿਰ ਕਿਹੜੇ ਢੰਗ ਤਰੀਕੇ ਆ, ਕਿਹੜੇ ਉਪਰਾਲੇ ਕਰਨੇ ਚਾਹੀਦੇ ਆ ਤਾਂ ਜੋ ਜਿਹੜੇ ਨਦੀਨ ਹੈ ਉਹ ਮੁੱਖ ਫਸਲ ਪਨੀਰੀ ਦੇ ਵਿੱਚ, ਬਾਸਮਤੀ ਦੇ ਵਿੱਚ ਵਿਘਨ ਨਾ ਪਾਉਣ? ਇਹ ਬੁੱਟਰ ਜੀ 2 ਤਰ੍ਹਾਂ ਦੀਆਂ ਦਵਾਈਆਂ ਜਿਹੜੀਆਂ ਬਿਜਾਈ ਵੇਲੇ ਪੈਂਦੀ ਹੈ ਜੀ। ਮਤਲਬ ਇੱਕ ਤਾਂ ਬੂਟਾ ਕਲੋਰ ਹੈ ਉਹ 1200 ml ਪ੍ਰਤੀ ਏਕੜ ਜੀ। ਦੂਜੀ ਜਿਹੜੀ 100 ਫਿਟ ਦਵਾਈ ਹੈ ਜੀ ਉਹ 500 ml ਪ੍ਰਤੀ ਏਕੜ ਦੇ ਹਿਸਾਬ ਨਾਲ ਪੈਂਦੀ ਹੈ। ਜਿਹੜੀ ਬੂਟਾ ਕਲੋਰ ਹੈ ਉਹ ਝੋਨੇ ਦੀ ਪਨੀਰੀ ਦੀ ਬਿਜਾਈ ਤੋਂ 7 ਦਿਨਾਂ ਦੇ ਅੰਦਰ ਪੈਂਦੀ ਹੈ, ਤੇ ਜਿਹੜੀ 100 ਫਿਟ ਹੈ ਉਹ 3 ਦਿਨ ਦੇ ਅੰਦਰ ਪੈਂਦੀ ਹੈ ਜੀ। ਉਸ ਤੋਂ ਬਾਅਦ ਵੀ ਅਸੀਂ ਇੱਥੇ ਮੈਂ ਦੱਸਣਾ ਚਾਹੂੰਗਾ ਵੀ ਉਸ ਤੋਂ ਬਾਅਦ ਵੀ ਅਸੀਂ ਨਦੀਨ ਨੂੰ ਕੰਟਰੋਲ ਕਰ ਸਕਦੇ ਹਾਂ। ਨੋਮਨੀ ਗੋਲਡ ਦਵਾਈ ਹੈ ਜਿਹੜੀ ਸਵਾਂਕ ਤੇ ਮੋਥੇ ਵਾਸਤੇ ਹੁੰਦੀ ਹੈ, ਇਹ 20 ਦਿਨ ਤੇ 15 ਤੋਂ 25 ਦਿਨ ਦੇ ਦਰਮਿਆਨ ਅਸੀਂ ਇਹਨੂੰ ਪਨੀਰੀ ਤੇ ਸਪਰੇਅ ਕਰ ਸਕਦੇ ਹਾਂ। ਹਰੇ ਹੋਣ ਤੋਂ ਬਾਅਦ ਪਨੀਰੀ ਦੇ ਉਹਦੇ ਨਾਲ ਜਿਹੜੇ ਇਹ ਸਵਾਂਕ ਤੇ ਮੋਥਾ ਇਹ ਕੰਟਰੋਲ ਹੋ ਜਾਂਦੇ ਜੀ। ਕਿਸਾਨ ਵੀਰੋ ਤੇ ਭੈਣੋ, ਅੱਜ ਦੇ ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ ਇਹ ਗੱਲਾਂ ਬਾਤਾਂ ਤੁਸੀਂ ਸੁਣ ਰਹੇ ਹੋ ਜੀ। ਸਾਡੇ ਸਟੂਡੀਓ ਦੇ ਵਿੱਚ ਮਹਿਮਾਨ ਡਾਕਟਰ ਧਰਮਿੰਦਰਜੀਤ ਸਿੰਘ, ਬਲਾਕ ਖੇਤੀਬਾੜੀ ਅਫਸਰ ਰਾਮਪੁਰਾ ਦੀ ਜ਼ੁਬਾਨੀ, ਤੇ ਵਿਸ਼ਾ ਹੈ ਬਾਸਮਤੀ ਦੀਆਂ ਸੁਧਰੀਆਂ ਕਿਸਮਾਂ ਅਤੇ ਨਰਸਰੀ ਤਿਆਰ ਕਰਨ ਦੇ ਲਈ ਨੁਕਤੇ। ਇਸ ਵਿਸ਼ੇ ਨੂੰ ਲੈ ਕੇ 0164 22 40 331 ਨੰਬਰ ਡਾਇਲ ਕਰਕੇ ਤੁਸੀਂ ਵੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕਦੇ ਹੋ। ਲਓ ਜੀ, ਸਾਡੀ ਅਪੀਲ ਪ੍ਰਵਾਨ ਹੋਈ। ਇੱਕ ਹੋਰ ਕਿਸਾਨ ਭਰਾ ਲਾਈਨ ਤੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣਾ ਨਾਮ ਤੇ ਆਪਣਾ ਪਿੰਡ ਦੱਸਿਓ ਜੀ। ਨਾਮ ਜੀ ਰਣਜੀਤ ਸਿੰਘ। ਰਣਜੀਤ ਸਿੰਘ ਜੀ, ਕਿਹੜੇ ਪਿੰਡੋਂ ਬੋਲਦੇ ਹੋ ਜੀ? ਭੱਟ ਤੋਂ ਜੀ। ਹੈ ਜੀ?
ਭਾਗੂ ਪਿੰਡ ਤੋਂ ਜੀ। ਭਾਗੂ ਪਿੰਡ ਬਠਿੰਡੇ ਵਾਲਾ ਕਿ ਸ਼੍ਰੀ ਮੁਕਤਸਰ ਸਾਹਿਬ ਵਾਲਾ ਕਿ ਫਾਜ਼ਿਲਕਾ ਨਹੀਂ, ਵਾਲਾ? ਬਠਿੰਡੇ ਵਾਲਾ ਜੀ। ਬਠਿੰਡੇ ਵਾਲਾ ਜੀ। ਤਾਂ ਕੀ ਸਵਾਲ ਪੁੱਛਣਾ ਚਾਹੋਗੇ ਡਾਕਟਰ ਸਾਹਿਬ ਤੋਂ? ਅਸੀਂ ਇਹ ਪੁੱਛਣਾ ਸੀਗਾ ਜੀ, 126 ਦੀ ਪਨੀਰੀ ਲਾ ਰਹੇ ਸੀ, ਕਿੰਨਾ ਪੈਂਦਾ ਵੀ ਸਹੀ ਮਰਲੇ 'ਚ ਜੀ? ਉਹ ਕਿਸਾਨ ਵੀਰੋ ਜਿਹੜਾ 8 ਕਿਲੋ ਬੀਜ ਆ 6.5 ਮਰਲਿਆਂ 'ਚ ਪੈਂਦਾ, ਉਹ ਸਾਰੀਆਂ ਕਿਸਮਾਂ ਵਾਸਤੇ ਇੱਕੋ ਹੀ ਹੈ। ਠੀਕ ਹੈ ਜੀ। ਜਗ੍ਹਾ ਦਾ ਉਹਦਾ ਕੋਈ ਫਰਕ ਨਹੀਂਗਾ ਜੀ। ਠੀਕ ਹੈ। ਤਾਂ ਬਿਲਕੁਲ ਕਿਸਾਨ ਵੀਰੋ ਤੇ ਭੈਣੋ, ਜਿਹੜਾ ਬੀਜ ਹੈ ਉਹ ਨਿਰਧਾਰਤ ਮਾਤਰਾ ਦੇ ਵਿੱਚ ਹੀ ਪਾਉਣਾ ਚਾਹੀਦਾ। ਉਸ ਤੋਂ ਬਾਅਦ ਜਿਹੜਾ ਬੀਜ ਦੀ ਵੀ ਬਰਬਾਦੀ ਹੈ। ਤਾਂ ਡਾਕਟਰ ਸਾਹਿਬ ਅਗਲੀ ਗੱਲ ਖਾਦਾਂ ਦੀ ਆ ਜਾਂਦੀ ਹੈ ਨਾ, ਕਿਉਂਕਿ ਸਾਡੇ ਮਾਹਰਾਂ ਦਾ ਇਹ ਕਹਿਣਾ ਹੈ ਕਿ ਖਾਦਾਂ ਦੀ ਵਰਤੋਂ ਨਹੀਂ ਦੁਰਵਰਤੋਂ ਹੋ ਰਹੀ ਹੈ, ਅਤੇ ਉਹਦੇ ਨਾਲ ਨਾਲ ਜਿੱਥੇ ਫਸਲ ਦੇ ਸਗੋਂ ਝਾੜ ਦੇ ਉੱਤੇ ਮਾੜਾ ਹੀ ਅਸਰ ਪੈਂਦਾ, ਧਰਾਤਲ 'ਤੇ ਵੀ ਮਾੜਾ ਅਸਰ ਪੈਂਦਾ, ਅਤੇ ਕਿਸਾਨ ਦੀ ਜਿਹੜੀ ਜੇਬ ਹੈਗੀ ਆ ਉਹ ਵੀ ਮੰਦੀ ਦਾ ਜਾਂ ਆਰਥਿਕ ਤੌਰ 'ਤੇ ਮਾਰ ਦਾ ਸ਼ਿਕਾਰ ਹੋ ਜਾਂਦੀ ਹੈ। ਤਾਂ ਤੁਹਾਡੇ ਹਿਸਾਬ ਦੇ ਨਾਲ ਜੇਕਰ ਨਰਸਰੀ ਆਪਾਂ ਤਿਆਰ ਕਰਨੀ ਹੈ ਬਾਸਮਤੀ ਦੀਆਂ ਇਹਨਾਂ 7 ਕਿਸਮਾਂ ਦੇ ਵਿੱਚੋਂ ਕਿਸੇ ਇੱਕ ਦੀ, ਤਾਂ ਖਾਦ ਪ੍ਰਬੰਧ ਕਿਹੋ ਜਿਹਾ ਹੋਣਾ ਚਾਹੀਦਾ? ਬੁੱਟਰ ਜੀ, ਖਾਦ ਹੈ ਜਿਹੜੀ ਇਹ ਬਿਜਾਈ ਵੇਲੇ ਅਸੀਂ ਪਾਉਣੀ ਹੈ ਪਨੀਰੀ ਦੇ ਵਿੱਚ ਜੀ, ਉਹਦੇ 'ਚ 26 ਕਿਲੋ ਯੂਰੀਆ ਜੀ, ਤੇ 75 ਕਿਲੋ ਸੁਪਰ ਜੀ, ਤੇ 40 ਕਿਲੋ ਜ਼ਿੰਕ ਜਿਹੜੀ ਹੈ ਉਹਨੂੰ ਅਸੀਂ ਬਿਜਾਈ ਵੇਲੇ ਪਾਉਣੀ ਹੈ ਪਰ ਏਕੜ ਦੇ ਹਿਸਾਬ ਨਾਲ ਜੀ। ਤੇ ਬਿਜਾਈ ਤੋਂ 15 ਦਿਨ ਤੇ ਜਾ ਕੇ ਅਸੀਂ ਯੂਰੀਏ ਦੀ ਇੱਕ ਕਿਸ਼ਤ ਹੋਰ ਪਾਉਣੀ ਹੈ ਜੀ। 26 ਕਿਲੋ ਦੀ। ਇਸ ਤੋਂ ਬਿਨਾਂ ਇਹਨੂੰ ਕੋਈ ਖਾਦ ਦੀ ਲੋੜ ਨਹੀਂ ਪੈਂਦੀ ਜੀ। ਤਾਂ ਬਿਲਕੁਲ ਜੀ, ਤੁਸੀਂ ਦੱਸਿਆ ਕਿ ਖਾਦਾਂ ਦੀ ਵਰਤੋਂ ਨਿਰਧਾਰਤ ਮਾਤਰਾ ਦੇ ਵਿੱਚ ਸਹੀ ਸਮੇਂ ਤੇ ਸੰਜਮ ਦੇ ਨਾਲ ਹੀ ਕਰਨੀ ਚਾਹੀਦੀ ਹੈ, ਤਾਂ ਜੋ ਮਤਲਬ ਜਿਹੜਾ ਹੈ ਬੇਲੋੜਾ ਫਸਲ ਦੇ ਉੱਤੇ, ਧਰਾਤਲ ਦੇ ਉੱਤੇ, ਵਾਤਾਵਰਣ ਦੇ ਉੱਤੇ ਅਤੇ ਕਿਸਾਨ ਦੀ ਆਰਥਿਕਤਾ ਦੇ ਉੱਤੇ ਕੋਈ ਮਾੜਾ ਅਸਰ ਨਾ ਪਵੇ। ਤਾਂ ਡਾਕਟਰ ਸਾਹਿਬ, ਤੁਹਾਡੀ ਜਾਂ ਸਾਡੀ ਅਪੀਲ ਪ੍ਰਵਾਨ ਕੀਤੀ, ਸਾਡੇ ਕਿਸਾਨ ਭਰਾਵਾਂ ਨੇ ਪਾਣੀ ਦੀ ਵੀ ਜਿਹੜੀ ਪਰਖ ਕਰਵਾ ਲਈ, ਬਿਲਕੁਲ ਜੀ। ਉਹਨਾਂ ਨੇ ਮਿੱਟੀ ਦੀ ਵੀ ਪਰਖ ਕਰਵਾ ਲਈ। ਮਿੱਟੀ ਦੀ ਪਰਖ ਤੋਂ ਪਤਾ ਲੱਗ ਗਿਆ ਕਿ ਜ਼ਮੀਨ ਦੇ ਵਿੱਚ ਕਿਹੜੇ ਤੱਤਾਂ ਦੀ ਘਾਟ ਹੈ ਜਾਂ ਬਹੁਤਾਤ ਹੈ, ਅਤੇ ਜਾਂ ਉਹ ਲੋੜ ਅਨੁਸਾਰ ਨੇ। ਤਾਂ ਡਾਕਟਰ ਸਾਹਿਬ, ਇਹ ਤੋਂ ਪਹਿਲਾਂ ਕਿ ਪਨੀਰੀ ਦੇ ਵਿੱਚ ਆਪਾਂ ਛੋਟੇ ਤੱਤਾਂ ਦੀ ਘਾਟ ਦੀ ਗੱਲ ਕਰੀਏ, ਇੱਕ ਹੋਰ ਕਿਸਾਨ ਭਰਾ ਸਾਡੇ ਨਾਲ ਜੁੜੇ ਆ, ਜਾਣਦੇ ਆ ਉਹਨਾਂ ਦਾ ਨਾਮ, ਉਹਨਾਂ ਦਾ ਗ੍ਰਾਮ ਤੇ ਉਹਨਾਂ ਦਾ ਸਵਾਲ। ਹੈਲੋ। ਹਾਂਜੀ ਡਾਕਟਰ ਸਾਹਿਬ, ਸਤਿ ਸ੍ਰੀ ਅਕਾਲ। ਹਾਂਜੀ, ਆਪਣਾ ਨਾਮ ਤੇ ਪਿੰਡ ਦੱਸਿਓ ਜੀ। ਮੇਰਾ ਨਾਮ ਦਰਸ਼ਨ ਸਿੰਘ ਜੀ, ਪਿੰਡ ਪੌਂਗਾਲੀ, ਕਾਨੂੰਨ ਦਾ 11 ਬੀਜ ਬੀਜ ਮੈਂ 3-4 ਸਾਲ ਹੋ ਗਏ। ਠੀਕ ਹੈ ਜੀ। ਨਿਕਲਿਆ ਵੀ ਚੰਗਾ ਆਪਣਾ 60-65 ਮਣ ਦਾ ਹੋ ਜਾਂਦਾ ਹੈ। ਮੈਂ ਤੁਹਾਨੂੰ ਪੁੱਛ ਰਿਹਾ ਵੀ ਮੈਂ ਯੂਰੀਆ ਕਿੰਨੀ ਕੁ ਦੇਵਾਂ ਉਹਨੂੰ? ਇਹਨੂੰ ਯੂਰੀਆ 54 ਕਿਲੋ ਯੂਰੀਆ ਪਾਉਣੀ ਹੈ ਜੀ, ਇਹਨੂੰ 2 ਕਿਸ਼ਤਾਂ ਦੇ ਵਿੱਚ, 3 ਤੇ 6 ਹਫ਼ਤਿਆਂ ਬਾਅਦ ਲਵਾਈ ਤੋਂ। 50-55 ਕਿਲੋ ਯੂਰੀਆ ਦੇਣੀ, ਜ਼ਿਆਦਾ ਨਹੀਂ ਦੇਣੀ। ਹਾਂਜੀ, ਤੁਹਾਡੀ ਆਵਾਜ਼ ਨਹੀਂ ਕਲੀਅਰ ਆ ਰਹੀ। ਇਹ ਕਹਿੰਦੇ ਆ ਵੀ 50-55 ਕਿਲੋ ਯੂਰੀਆ। ਹਾਂਜੀ 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 54-55 ਕਿਲੋ ਯੂਰੀਆ ਪਾਉਣੀ ਬਈ ਦੋ ਦਿਨਾਂ ਦੀ ਜੀ। ਤਾਂ ਬਸ ਇਸ ਤੋਂ ਵੱਧ ਨਹੀਂ ਦੇਣੀ ਜੀ। ਤੁਸੀਂ ਬਹੁਤ ਬਹੁਤ ਧੰਨਵਾਦ ਸਰਦਾਰ ਦਰਸ਼ਨ ਸਿੰਘ ਜੀ, ਪਿੰਡ ਤੁੰਗਵਾਲੀ ਸਾਹਿਬ। ਤਾਂ ਡਾਕਟਰ ਸਾਹਿਬ, ਸਮਾਂ ਆਪਣੇ ਕੋਲੇ ਲਗਭਗ ਜਿਹੜਾ 4 ਮਿੰਟ ਹੋਰ ਬਾਕੀ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਤਾਂ ਸਵਾਲ ਆਪਣੇ ਕੋਲੇ 2-3 ਵੀ ਰਹਿੰਦੇ ਨੇ ਬਾਕੀ। ਤਾਂ ਜੇਕਰ ਆਪਾਂ ਛੋਟੇ ਤੱਤਾਂ ਦੀ ਘਾਟ ਦੀ ਗੱਲ ਕਰੀਏ, ਫਿਰ ਉਹਦੀਆਂ ਕੀ ਨਿਸ਼ਾਨੀਆਂ ਹੁੰਦੀਆਂ ਨੇ, ਕਿਵੇਂ ਆਪਾਂ ਉਹਦੀ ਪੂਰਤੀ ਕਰ ਸਕਦੇ ਹਾਂ? ਬਹੁਤ ਵਧੀਆ ਸਵਾਲ ਆ ਜੀ ਤੁਹਾਡਾ। ਹੁਣ ਇਹ ਗਰਮੀ ਦਾ ਮੌਸਮ ਚੱਲ ਰਿਹਾ ਹੈ, ਇਹਦਾ ਕਰਕੇ ਬਾਕੀ ਪਰਮਲ ਦੀਆਂ ਕਿਸਮਾਂ ਦੇ ਵਿੱਚ ਵੀ ਲੋਹੇ ਦੀ ਘਾਟ ਕਾਫੀ ਮਾਤਰਾ 'ਚ ਆਈ ਵੀ ਹੈ ਜੀ। ਉੱਥੇ ਕਿਸਾਨ ਵੀਰਾਂ ਨੂੰ ਮੈਂ ਇੱਕ ਬੇਨਤੀ ਜ਼ਰੂਰ ਕਰਦਾ ਵੀ ਪਾਣੀ ਦੀ ਸਪਲਾਈ ਲਗਾਤਾਰ ਲਾਉਂਦੇ ਰਹਿਣ, ਪਾਣੀ ਦੀ ਘਾਟ ਨਾ ਆਉਣ ਦੇਣ। ਤੇ ਜਿਹੜਾ ਲੋਹਾ ਜਿਹੜਾ ਫੈਰਸ ਸਲਫੇਟ ਜੀ 1 ਕਿਲੋ 100 ਲੀਟਰ 'ਚ ਪਾਣੀ 'ਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਸਪਰੇਅ ਕਰ ਸਕਦੇ ਹਾਂ। 3 ਸਪਰੇਆਂ ਹਫ਼ਤੇ ਦੀ ਵਿੱਥ ਤੇ ਜਿਹੜੀਆਂ ਕਰਦੇ, ਉਹਦੇ ਨਾਲ ਲੋਹੇ ਦੀ ਘਾਟ ਜਿਹੜੀ ਇਹ ਪੂਰੀ ਹੋ ਜਾਂਦੀ ਹੈ। ਜ਼ਿੰਕ ਆਪਾਂ ਵੈਸੇ ਪਹਿਲਾਂ ਵੀ ਉਹਨੂੰ ਖੇਤ 'ਚ ਪਾ ਦਿੰਦੇ ਹਾਂ, 40 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਦਿੱਤੀ ਹੈ। ਫਿਰ ਵੀ ਜੇ ਜ਼ਿੰਕ ਦੀ ਘਾਟ ਆਉਂਦੀ ਹੈ ਤਾਂ ਉਹਨੂੰ ਤੁਸੀਂ 500 ਗ੍ਰਾਮ ਜ਼ਿੰਕ ਸਲਫੇਟ 100 ਲੀਟਰ ਪਾਣੀ 'ਚ ਘੋਲ ਕੇ ਤੁਸੀਂ ਉਹਦੀ ਸਪਰੇਅ ਕਰ ਦਿਓ ਏਕੜ ਤੇ ਉਹਦੇ ਨਾਲ ਤੁਹਾਡੀ ਜ਼ਿੰਕ ਦੀ ਘਾਟ ਪੂਰੀ ਹੋ। 2 ਤੱਤਾਂ ਦੀ ਘਾਟ ਹੀ ਇਹਦੇ ਵਿੱਚ ਆਉਂਦੀ ਹੈ ਜੀ। ਤਾਂ ਡਾਕਟਰ ਸਾਹਿਬ, ਭਾਵੇਂ ਬਾਸਮਤੀ ਦੀ ਜੇ ਪਨੀਰੀ ਦੀ ਆਪਾਂ ਗੱਲ ਕਰੀਏ, ਤੁਸੀਂ ਦੱਸਿਆ ਵੀ ਕੁਝ ਕਿਸਮਾਂ ਇਹੋ ਜਿਹੀਆਂ ਨੇ ਜਿਨ੍ਹਾਂ ਦੀ ਬਿਜਾਈ ਦਾ ਸਮਾਂ 15 ਜੂਨ ਹੈ, ਪਰ ਜਿਹੜੇ ਸਾਡੇ ਕਿਸਾਨ ਭਰਾ ਨੇ 2-3 ਦਿਨਾਂ ਦੇ ਵਿੱਚ ਇਹ ਕੰਮ ਨਿਬੇੜ ਲੈਣ। ਕੁਝ ਕਿਸਮਾਂ ਤੁਸੀਂ ਦੱਸਿਆ ਕਿ 30 ਜੂਨ ਤੱਕ ਉਹਨਾਂ ਦੀ ਜਿਹੜੀ ਬਿਜਾਈ ਕੀਤੀ ਜਾ ਸਕਦੀ ਹੈ। ਉਦੋਂ ਬਾਅਦ ਜਿਹੜੀ ਲਵਾਈ ਕਰਨੀ ਹੈਗੀ ਆ ਉਹ ਜੁਲਾਈ ਮਹੀਨੇ ਦੇ ਵਿੱਚ ਕਰਨੀ ਆ ਆਪਾਂ। ਉਦੋਂ ਮੌਸਮ ਚੰਗਾ ਹੋ ਜਾਂਦਾ ਹੈ ਕਿਉਂਕਿ ਮੀਂਹ ਪੈਣ ਲੱਗ ਜਾਂਦੇ ਨੇ। ਤਾਂ ਜੇਕਰ ਆਪਾਂ ਗੱਲ ਕਰੀਏ, ਜਦੋਂ ਇਹ ਪੌਦ ਤਿਆਰ ਹੋ ਗਈ, ਪਨੀਰੀ ਤਿਆਰ ਹੋ ਗਈ, ਨਰਸਰੀ ਤਿਆਰ ਹੋ ਗਈ, ਤਾਂ ਉਦੋਂ ਉਹਦੀਆਂ ਕੀ ਨਿਸ਼ਾਨੀਆਂ ਨੇ ਵੀ ਹੁਣ ਇਹ ਬਿਲਕੁਲ ਤਿਆਰ ਹੈ? ਅਤੇ ਫਿਰ ਖੇਤ ਦੇ ਵਿੱਚ ਲਾਉਣ ਦੇ ਵਾਸਤੇ ਕਿਹੜਾ ਸਹੀ ਢੁਕਵਾਂ ਸਮਾਂ ਹੈ ਜਾਂ ਕਿਹੜੇ ਢੰਗ ਤਰੀਕੇ ਸਹੀ ਨੇ? ਜਦੋਂ ਪਨੀਰੀ ਆਪਣੀ 25 ਤੋਂ 30 ਦਿਨ ਦੀ ਹੋ ਗਈ, 5 ਤੋਂ 6 ਪੱਤਿਆਂ ਦੀ ਹੋ ਗਈ, ਉਹ ਸਮਾਂ ਉਹ ਜਿਹੜੀ ਪਨੀਰੀ ਦਾ ਸਾਈਜ਼ ਆ ਉਹ ਬਿਲਕੁਲ ਸਹੀ ਆ, ਉਹ ਲਾਉਣ ਵਾਸਤੇ ਤਿਆਰ ਹੈ ਜੀ। ਤੇ ਜਿਹੜਾ ਇਹਦਾ ਲਵਾਈ ਦਾ ਸਮਾਂ ਹੈ ਜੀ, ਜਿਹੜੀਆਂ 1509 ਤੇ CSR 30 ਕਿਸਮ ਹੈ, ਉਹ 15 ਤੋਂ 30 ਜੁਲਾਈ ਤੇ ਲਾਉਣੀ ਹੈ। ਬਾਕੀ 5 ਕਿਸਮਾਂ ਅਸੀਂ 1 ਤੋਂ 15 ਜੁਲਾਈ ਤੱਕ ਲਾਉਣੀ
ਜੀ। ਤੇ ਡਾਕਟਰ ਸਾਹਿਬ ਜੇਕਰ ਆਪਾਂ ਝਾੜ ਦੀ ਗੱਲ ਕਰਨੀ ਹੋਵੇ ਤਾਂ ਬਾਸਮਤੀ ਦੀਆਂ ਇਹ ਜਿਹੜੀਆਂ ਵੱਖ-ਵੱਖ ਕਿਸਮਾਂ ਦੀ ਆਪਾਂ ਸੱਤਾਂ ਦੀ ਗੱਲ ਕੀਤੀ, ਔਸਤਨ ਜੇ ਵਧੀਆ ਸੇਵਾ ਸੰਭਾਲ ਕੀਤੀ ਹੈ, ਮੌਸਮ ਵੀ ਸਾਥ ਦਿੰਦਾ, ਧਰਾਤਲ ਵੀ ਚੰਗਾ, ਪਾਣੀ ਚੰਗੇ ਨੇ, ਤਾਂ ਔਸਤਨ ਝਾੜ ਕਿੰਨਾ ਕੁ ਹੋ ਜਾਂਦਾ? 15 ਤੋਂ 17 ਕੁਇੰਟਲ ਇਹਦਾ ਝਾੜ ਹੈ ਜੀ। 15 ਤੋਂ 17 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਝਾੜ ਹੋ ਜਾਂਦਾ ਹੈ। ਤਾਂ ਡਾਕਟਰ ਸਾਹਿਬ ਜਿਹੜਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਕੋਲੇ ਸਮਾਂ ਸੀਮਿਤ ਸੀ, ਫਿਰ ਵੀ ਕੋਈ ਕਿਸਾਨ ਭਰਾ ਤੁਹਾਡੇ ਨਾਲ ਤਾਲਮੇਲ ਕਰਨਾ ਚਾਹੁੰਦਾ, ਤੁਹਾਡੇ ਦਫ਼ਤਰ ਵਿਖੇ ਆਉਣਾ ਚਾਹੁੰਦਾ ਹੈ, ਤੇ ਉਹਦੇ ਵਾਸਤੇ ਫਿਰ ਕੀ ਅਤਾ ਪਤਾ ਕੀ ਹੈ ਜਾਂ ਤੁਹਾਡਾ ਸੰਪਰਕ ਨੰਬਰ ਕੀ ਹੈ? ਮੇਰਾ ਮੋਬਾਈਲ ਨੰਬਰ ਹੈ ਜੀ 88720 ਜੀ 128 88720 ਪੂਰਾ 128 ਬਲਾਕ ਖੇਤੀਬਾੜੀ ਅਫਸਰ ਰਾਮਪੁਰਾ ਜੀ। ਸਾਡਾ ਜਿਹੜਾ ਬਰਨਾਲਾ ਰੋਡ ਤੇ ਓਵਰ ਬ੍ਰਿਜ ਹੈ ਉਹਦੇ ਥੱਲੇ ਦਫ਼ਤਰ ਹੈ ਜੀ। ਜਦੋਂ ਵੀ ਕਿਸਾਨ ਵੀਰ ਚਾਹੁਣ 9 ਤੋਂ 5 ਵਜੇ ਤੱਕ ਅਸੀਂ ਉੱਥੇ ਹਾਜ਼ਰ ਹੁੰਦੇ ਹਾਂ ਜੀ। ਤਾਂ ਡਾਕਟਰ ਸਾਹਿਬ ਜਿਹੜੇ ਸਾਡੇ ਕਿਸਾਨ ਭਰਾਵਾਂ ਨੇ ਬਹੁਤ ਸਾਰੀਆਂ ਤੁਹਾਡੀਆਂ ਗੱਲਾਂ ਬਾਤਾਂ ਸੁਣੀਆਂ, ਤੇ ਜੇ ਕੋਈ ਕਿਸਾਨ ਭਰਾ ਨੂੰ ਤੁਸੀਂ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ, ਕੋਈ ਮੈਸੇਜ ਦੇਣਾ ਚਾਹੁੰਦੇ ਹੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬਾਸਮਤੀ ਦੀ ਬਿਜਾਈ ਨੂੰ ਲੈ ਕੇ ਜਾਂ ਫਿਰ ਉਹਦੀ ਨਰਸਰੀ ਜਾਂ ਪੌਦ ਤਿਆਰ ਕਰਨ ਨੂੰ ਲੈ ਕੇ, ਤਾਂ ਸੰਖੇਪ ਦੇ ਵਿੱਚ ਤੁਹਾਡਾ ਕੀ ਕਹਿਣਾ ਹੈ? ਮੇਰੀ ਤਾਂ ਕਿਸਾਨ ਵੀਰਾਂ ਨੂੰ ਇੱਕੋ ਹੀ ਬੇਨਤੀ ਹੈ ਜੀ ਵੀ ਜਿਹੜਾ ਪਾਣੀ ਦਾ ਲੈਵਲ ਦਿਨੋਂ ਦਿਨ ਥੱਲੇ ਜਾ ਰਿਹਾ ਹੈ, ਬਿਲਕੁਲ, ਵੀ ਉਹ ਲੰਬੇ ਸਮੇਂ ਵਾਲੀਆਂ ਕਿਸਮਾਂ ਨੂੰ ਛੱਡ ਕੇ ਜੀ ਘੱਟ ਸਮੇਂ ਵਾਲੀਆਂ ਕਿਸਮਾਂ ਤੇ ਜਾਂ ਬਾਸਮਤੀ ਕਿਸਮਾਂ ਨੂੰ ਤਰਜੀਹ ਦੇਣ। ਜੀ। ਤਾਂ ਕਿਸਾਨ ਵੀਰੋ ਤੇ ਭੈਣੋ, ਡਾਕਟਰ ਸਾਹਿਬ ਦਾ ਜਿਹੜਾ ਸੁਨੇਹਾ ਹੈ ਉਹ ਬੜਾ ਮੁੱਲਵਾਨ ਹੈ, ਬੜਾ ਵਜ਼ਨਦਾਰ ਹੈ, ਬਹੁਤ ਅਸਰਦਾਰ ਹੈ। ਇਹਨਾਂ ਦਾ ਕਹਿਣਾ ਹੈ ਕਿ ਝੋਨੇ ਦੀਆਂ ਅਜਿਹੀਆਂ ਕਿਸਮਾਂ ਦੀ ਬਿਜਾਈ ਕੀਤੀ ਜਾਵੇ ਜਿਹੜੀਆਂ ਘੱਟ ਸਮੇਂ ਦੇ ਵਿੱਚ ਪੱਕਦੀਆਂ ਨੇ, ਘੱਟ ਪਰਾਲ ਪੈਦਾ ਹੁੰਦਾ, ਤੇ ਜਾਂ ਫਿਰ ਬਾਸਮਤੀ ਆਪਣੇ ਖੇਤਾਂ ਦੇ ਵਿੱਚ ਜਿਹੜੀ ਹੈ ਬੀਜੀਆਂ ਜਾ ਸਕਦੀਆਂ ਇਹਨਾਂ 7 ਕਿਸਮਾਂ ਦੇ ਵਿੱਚੋਂ। ਤਾਂ ਕਿਸਾਨ ਵੀਰੋ ਤੇ ਭੈਣੋ, ਸਾਨੂੰ ਆਸ ਹੈ, ਉਮੀਦ ਹੈ ਕਿ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਇਹਦੇ ਵਿੱਚ ਬਾਸਮਤੀ ਦੀਆਂ ਸੁਧਰੀਆਂ ਕਿਸਮਾਂ ਅਤੇ ਨਰਸਰੀ ਤਿਆਰ ਕਰਨ ਦੇ ਲਈ ਜਿਹੜੇ ਨੁਕਤੇ ਹੈ, ਇਹ ਗੱਲਬਾਤ ਤੁਹਾਨੂੰ ਬਹੁਤ ਚੰਗੀ ਲੱਗੀ ਹੋਵੇਗੀ, ਤੇ ਇਸ ਗੱਲਬਾਤ ਦਾ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਫਾਇਦਾ ਉਠਾ ਕੇ ਆਪਣੇ ਖੇਤਾਂ ਦੇ ਵਿੱਚ ਬਾਸਮਤੀ ਦੀ ਬਿਜਾਈ ਕਰਕੇ ਜਿਹੜੀ ਪਾਣੀ ਦੀ ਬਚਤ ਕਰੋਗੇ, ਤੇ ਨਾਲੋਂ ਨਾਲ ਜਿਹੜਾ ਫਸਲ ਦੇ ਵਿੱਚ ਇੱਕ ਕਿਸਮ ਦੀ ਵਿਭਿੰਨਤਾ ਲੈ ਕੇ ਆਓਗੇ। ਤਾਂ ਆਓ ਹੁਣ ਜਿਹੜਾ ਤੁਹਾਨੂੰ ਜੋੜਦੇ ਹਾਂ ਮੈਡਮ ਕੁਲਦੀਪ ਕੌਰ ਦੇ ਨਾਲ, ਜਾਣਦੇ ਹਾਂ ਉਹਨਾਂ ਤੋਂ ਮੌਸਮ ਦਾ ਹਾਲ ਤੇ ਕੱਲ੍ਹ ਦੇ ਪ੍ਰੋਗਰਾਮ ਕਿਸਾਨ ਬਾਣੀ ਦਾ ਵਿਸ਼ਾ। ਸੋ ਡਾਕਟਰ ਸਾਹਿਬ, ਤੁਸੀਂ ਸਟੂਡੀਓ ਦੇ ਵਿੱਚ ਆਏ, ਗੱਲਾਂ ਬਾਤਾਂ ਸਾਂਝੀਆਂ ਕੀਤੀਆਂ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਬੁੱਟਰ ਜੀ। ਤਾਂ ਕਿਸਾਨ ਵੀਰੋ ਤੇ ਭੈਣੋ, ਇਸੇ ਦੇ ਨਾਲ ਤਰਸੇਮ ਸਿੰਘ ਬੁੱਟਰ ਨੂੰ ਅੱਜ ਦੇ ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚੋਂ ਦਿਓ ਵਿਦਾ। ਧੰਨਵਾਦ।